न्यूज़ सब तो पहले अपने फोन ते देखने लिए साडा चैनल सबसक्राइब करो और नोटिफिकेशन के लिए बेल आइकॉन जरूर दबाओ। आज दे इस फेसबुक लाइव सैशन दे विच मैं लुधियाना पुलिस वालों तुहाडा सारिਆਂ ਦਾ ਦੁਆਰਾ स्वागत करदा ਹਾਂ। देखो ਆਪਾਂ कोरोना ਦੇ ਨਾਲ लड़ रहे हैं एंड लुधियाने दे विच मैं समझदा कि ਇਹਦਾ एक पीक वाला दौर चल रहा है एंड काफ़ी सारे केसेस की संख्या दे विच इजाफा हो रहा है। असी ਉਹਦੇ ਨਾਲ लड़न की पूरी कोशिश कर रहे हैं। ਇਹਦੇ मैं थोड़ी जी तुहानू जे दसना चाहांगा कि की चल रहा है। ਹੁਣ तक कोरोना के लुधियाने ਦੇ ਵਿੱਚ 88,000 पॉजिटिव मरीज़ आए हैं। 88,000 सैंपल्स ले गए हैं। 88,000 ਦੇ ਵਿੱਚੋਂ 7,000 ਸੈਂਪਲ ਪੋਜ਼ਿਟਿਵ ਆਏ ਹਨ ਐਂਡ 7,000 ਦੇ ਵਿੱਚੋਂ 2,000 ਹਲੇ ਵੀ ਐਕਟਿਵ ਪੋਜ਼ਿਟਿਵ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਐਕਟਿਵ ਪੋਜ਼ਿਟਿਵ 7,000 ਟੋਟਲ ਆਏ ਸੀਗੇ ਜਦੋਂ ਤੋਂ ਇਹ ਮਾਰਚ ਤੋਂ ਚਾਲੂ ਹੋਇਆ ਹੈ ਐਂਡ ਹੁਣ ਅੱਜ ਦੀ ਡੇਟ ਦੇ ਵਿੱਚ 2,000 ਬੰਦੇ ਆਪਣੇ ਐਕਟਿਵ ਪੋਜ਼ਿਟਿਵ ਹਨ। 254 ਬੰਦਿਆਂ ਦੀ ਡੈਥ ਹੋਈ ਹੈ ਹੁਣ ਤੱਕ ਐਂਡ ਜਿਹੜੇ 2,000 ਐਕਟਿਵ ਹੈ ਉਹ ਜਿਹੜੇ ਮਰੀਜ਼ ਹਨ ਜਾਂ ਜਿਨ੍ਹਾਂ ਨੂੰ ਬੰਦੇ ਹਨ ਉਹ ਉਹਨਾਂ ਦੇ ਵਿੱਚੋਂ 1,000 ਆਪਣੇ ਘਰਾਂ ਦੇ ਵਿੱਚ ਹਨ ਐਂਡ 1,000 हॉस्पिटल्स ਦੇ ਵਿੱਚ ਹਨ। 1,000 ਜਿਹੜੇ ਹਸਪੀਟਲ ਦੇ ਵਿੱਚ ਹਨ ਉਹਨਾਂ ਦੇ ਵਿੱਚ 300 ਆਪਣੇ ਗਵਰਨਮੈਂਟ ਹਸਪੀਟਲ ਦੇ ਵਿੱਚ ਹਨ ਐਂਡ ਤਕਰੀਬਨ 700 ਬੰਦੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਆਪਣਾ ਇਲਾਜ ਕਰਾ ਰਹੇ ਹਨ। ਜਦੋਂ ਜਿਹੜੀ ਇਲਾਜ ਦੀ ਡਿਊਰੇਸ਼ਨ ਹੁੰਦੀ ਹੈ ਇਹ ਕਈਆਂ ਦੇ ਵਿੱਚ 3 ਦਿਨ ਦੀ ਹੁੰਦੀ ਹੈ, ਕਈ 4 ਦਿਨ 10 ਦਿਨ 15 ਦਿਨ ਮੈਕਸਿਮਮ 14 ਦਿਨ ਦੇ ਵਿੱਚ ਬੰਦਾ ਆਪਣੇ ਘਰ ਚਲਾ ਜਾਂਦਾ ਹੈ। ਜੋ ਕੋਰੋਨਾ ਦੇ ਵਿੱਚ ਹੁਣ ਤੱਕ ਅਸੀਂ ਸਮਝਿਆ ਹੈਗਾ ਜਿਹੜਾ ਬੰਦਾ ਥੋੜੀ ਜੀ ਸਾਵਧਾਨੀ ਰੱਖਦਾ ਹੈ ਅਵੇਅਰ ਰਹਿੰਦਾ ਹੈ ਉਹ ਕੋਰੋਨਾ ਨਾਲ ਛੇਤੀ ਲੜ ਕੇ ਵਿਜੈ ਪ੍ਰਾਪਤ ਕਰ ਲੈਂਦਾ ਹੈ ਤੇ ਜਿਹੜਾ ਲਾਪਰਵਾਹੀ ਨਾਲ ਕੰਮ ਕਰਦਾ ਹੈ ਸੋਚਦਾ ਹੈ ਕਿ ਜੋ ਹੋਊਗਾ ਦੇਖਿਆ ਜਾਊਗਾ, ਜੋ ਆਪਣੇ ਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ ਜਾਂ ਇਗਨੋਰ ਕਰਦਾ ਹੈ ਉਹ ਟਰੈਪ ਹੋ ਜਾਂਦਾ ਕਿਤੇ ਨਾ ਕਿਤੇ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਅਵੇਅਰ ਹੋ ਕੇ ਰਹੀਏ। ਜਿਹੜੀ ਵੀ ਗਾਈਡਲਾਈਨਸ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀਆਂ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਬਾਰੇ ਜਾਗਰੂਕ ਰਹੀਏ ਐਂਡ ਦੇਖਦੇ ਰਹੀਏ ਕਿ ਨਵੀਂ ਕੀ ਰਿਸਰਚ ਆ ਰਹੀ ਹੈ, ਕੀ ਨਵਾਂ ਸਿਸਟਮ ਡਾਕਟਰਾਂ ਤੋਂ ਪਤਾ ਲੱਗ ਰਿਹਾ ਕਿ ਕੀ ਕਰਨਾ ਚਾਹੀਦਾ ਹੈ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਤੋਂ ਜੇ ਆਪਾਂ ਇਹਨਾਂ ਦੇ ਧਿਆਨ ਰੱਖਾਂਗੇ ਤੇ ਕਾਫੀ ਹੱਦ ਤੱਕ ਆਪਾਂ ਇਸ ਕੋਰੋਨਾ ਦੇ ਉੱਪਰ ਵਿਜੈ ਪ੍ਰਾਪਤ ਕਰ ਸਕਦੇ ਹਾਂ। ਜੇ ਬੈਡਸ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਗੌਰਮੈਂਟ ਹਸਪੀਟਲਾਂ ਦੇ ਵਿੱਚ ਟੋਟਲ 2,000 ਬੈਡਸ ਹਨ ਜਿਨ੍ਹਾਂ ਦੇ ਵਿੱਚੋਂ 1,200 ਲੈਵਲ 1 ਦੇ 750 ਲੈਵਲ 2 ਦੇ ਐਂਡ 15 ਬੈਡ ਲੈਵਲ 3 ਦੇ ਹਨ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਟੋਟਲ 1,000 ਬੈਡ ਹਨ ਜਿਹੜੇ ਕੋਰੋਨਾ ਦੇ ਲਈ ਹਨ ਐਂਡ 50 ਬੈਡ ਲੈਵਲ 1 ਫੈਸਿਲਿਟੀ ਦੇ, 714 ਬੈਡ ਲੈਵਲ 2 ਫੈਸਿਲਿਟੀ ਦੇ ਐਂਡ 224 ਬੈਡ ਲੈਵਲ 3 ਫੈਸਿਲਿਟੀ ਦੇ ਹਨ। ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਅੱਜ ਤੋਂ 1 ਮਹੀਨੇ ਪਹਿਲਾਂ ਜ਼ਿਆਦਾ ਬੈਡਸ ਨਹੀਂ ਸੀਗੇ, ਟੋਟਲ ਮਿਲਾ ਕੇ 100 ਦੇ ਕਰੀਬ ਵੀ ਬੈਡ ਹੋਣੇ ਹੈ। ਹੁਣ ਇਸ ਨੂੰ ਅਸੀਂ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਪ੍ਰਾਈਵੇਟ ਹਸਪੀਟਲਸ ਦੇ ਬੈਡ ਨੂੰ 100 ਤੋਂ ਲੈ ਕੇ 1,000 ਤੱਕ ਅਸੀਂ ਲਿਜਾਣ ਦੇ ਵਿੱਚ ਸਫਲ ਹੋਏ ਹਨ ਐਂਡ ਅਸੀਂ ਇਸ ਨੂੰ ਔਰ ਵੀ ਇੰਕਰੀਜ਼ ਕਰਨਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਸ ਨੂੰ ਇੰਕਰੀਜ਼ ਬੈਡਸ ਨੂੰ ਕੋਰੋਨਾ ਦੇ ਲਈ ਉਹਨਾਂ ਦਾ ਰਿਜ਼ਰਵ ਕਰਵਾ ਕੇ ਰੱਖਿਆ ਜਾਵੇ ਤਾਂ ਕਿ ਜੇ ਕੋਈ ਮਰੀਜ਼ ਕੋਰੋਨਾ ਦਾ ਜਾਂਦਾ ਹੈ ਉਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਬੈਡ ਦੀ ਪ੍ਰੋਬਲਮ ਨਾ ਆਵੇ। ਫਿਲਹਾਲ ਮੈਂ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਲਾਨਾ ਕਿ ਬੈਡਸ ਦੀ ਕੋਰੋਨਾ ਦੇ ਮਰੀਜ਼ਾਂ ਲਈ ਕੋਈ ਵੀ प्रॉब्लम्स नहीं है। एक अपनी नवी इंस्ट्रक्शनस जी आई हैं वो ये है कि जोड़ा करफ्यू का टाइम है वो 9 बजे तो लैके रात को सवेरे 5 बजे तक का हो गया है, जोड़ा कि पहला 11 बजे तक का सीगा, रात को 11 बजे तो लैके सीगा। यह करफ्यू सवेरे 9 बजे तो लैके रात को 9 बजे तो लैके सवेरे 5 बजे तक होगा एंड जी शॉप्स वगैरह हैं वो 8:30 बजे तक, जोड़े होटल रेस्टोरेंट लिकर शॉप वगैरह 8:30 बजे तक रात को बंद शाम को बंद हो जानी चाहिए एंड शॉप्स एंड मॉल्स वगैरह वो रात को 8 बजे तक बंद हो जाने चाहिए। सैटरडे एंड संडे ਨੂੰ ਆਪਾਂ ਇੱਕ ਤਰੀਕੇ ਨਾਲ ਨਵਾਂ ਨਾਂ ਦਿੱਤਾ ਹੈ ਸਟੇ ਐਟ ਹੋਮ ਵਾਲਾ ਰੱਖਿਆ ਹੈਗਾ ਕਿ ਸੈਟਰਡੇ ਐਂਡ ਸ਼ਨੀਵਾਰ ਔਰ ਇਤਵਾਰ ਨੂੰ ਬੰਦੇ ਨੇ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਹੈ, ਸਟੇ ਐਟ ਹੋਮ। ਸਾਰੇ ਤਰੀਕੇ ਦੀ ਜਿਹੜੀ ਨੌਨ ਇਸੈਂਸ਼ੀਅਲ ਚੀਜ਼ਾਂ ਹੈਗੀਆਂ ਉਹ ਬੰਦ ਰਹਿਣਗੀਆਂ ਸੈਟਰਡੇ ਸੰਡੇ, केवल इसेंशियल चीज़ों की दुकाना ही खुलणगियां एंड जी हाईवे वाली जो ट्रैवल है वो जारी रहेगी, इंडस्ट्रीज़ जारी रहणगियां, लेकिन जी नॉन इसेंशियल गुड्स हैं या शॉपिंग मॉल्स हैं या कोई और नॉन इसेंशियल आइटम्स हैं वो सारे सैटरडे एंड संडे लुधियाने दे विच बंद रहणगे।
ਤੁਹਾਡੇ ਕਾफ़ी ਸਾਰਿਆਂ ਦੇ ਕੁਝ ਕੁਐਸਚਨਸ ਆਏ ਸੀਗੇ, ਉਹਨਾਂ ਕੁਐਸਚਨਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਮਨੀਸ਼ ਗਰਗ ਇਹਨਾਂ ਨੇ ਪੁੱਛਿਆ ਹੈ ਕਿ ਪਲੀਜ਼ ਪ੍ਰੋਵਾਈਡ ਦੀ ਕੰਪਲੀਟ ਪ੍ਰੋਸੀਜਰ ਕਿ ਹੋਮ ਆਈਸੋਲੇਸ਼ਨ ਦੇ ਵਿੱਚ ਰਹਿਣਾ ਹੋਵੇ ਤਾਂ ਉਹਦਾ ਕੀ ਪ੍ਰੋਸੀਜਰ ਹੈ। ਦੇਖੋ ਜੇ ਜਦੋਂ ਕੋਈ ਬੰਦਾ ਪੋਜ਼ਿਟਿਵ ਆ ਜਾਂਦਾ ਹੈ ਐਂਡ ਉਹਦੇ ਲਈ ਸਭ ਤੋਂ ਵੱਡੀ ਇੱਕ ਸਮੱਸਿਆ ਹੁੰਦੀ ਹੈ ਕਿ ਹੁਣ ਅੱਗੇ ਕੀ ਕਰਨਾ ਹੈ। ਅੱਗੇ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਹੈ ਕਿ ਤੁਸੀਂ ਘਬਰਾਉਣਾ ਨਹੀਂ ਹੈ। ਜੇ ਤੁਸੀਂ ਪੋਜ਼ਿਟਿਵ ਆ ਵੀ ਗਏ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ, ਉਹਦਾ ਹਰ ਇੱਕ ਚੀਜ਼ ਦਾ ਇਲਾਜ ਹੈ। ਜਿਹੜੇ ਪੋਜ਼ਿਟਿਵ ਪੇਸ਼ੈਂਟ ਕੋਰੋਨਾ ਵਾਲੇ ਹੁੰਦੇ ਹਨ 90% ਤਾਂ ਆਪ ਹੀ ਠੀਕ ਹੋ ਜਾਂਦੇ हैं, अपने होम आइसोलेशन ਦੇ ਵਿੱਚ ਹੀ ਠੀਕ ਹੋ ਜਾਂਦੇ हैं। 10% ਮਰੀਜ਼ਾਂ ਨੂੰ ਪ੍ਰੋਬਲਮ ਆਉਂਦੀ ਹੈ, ਉਹਨਾਂ ਦਾ ਵੀ ਹਸਪੀਟਲ ਜਾ ਕੇ ਉਹ ਮਰੀਜ਼ ਵੀ ਲਗਭਗ ਸਾਰੇ ਹੀ ਠੀਕ ਹੋ ਜਾਂਦੇ। ਉਹਨਾਂ ਦੇ ਵਿੱਚੋਂ 1% ਜਾਂ 2% ਦੀ ਜਿਹੜਾ ਥੋੜਾ ਜ਼ਿਆਦਾ ਸਿਸਟਮ ਖਰਾਬ ਹੁੰਦਾ ਹੈ। ਤੇ ਜਦੋਂ ਤੁਹਾਨੂੰ ਕੋਈ ਇਸ ਤਰੀਕੇ ਦੀ ਤੁਹਾਡਾ ਟੈਸਟ ਹੋਇਆ ਐਂਡ ਤੁਹਾਨੂੰ ਪਤਾ ਲੱਗਿਆ ਜੀ ਕਿ ਤੁਸੀਂ ਪੋਜ਼ਿਟਿਵ ਆ ਗਏ ਹੋ, ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਕਰਨਾ ਹੈ, ਘਬਰਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਆਪ ਨੂੰ ਇੱਕ ਕਮਰੇ ਦੇ ਅਲੱਗ ਆਪਣਾ ਕਮਰਾ ਸੈਪਰੇਟ ਕਰ ਲੈਣਾ ਹੈ ਐਂਡ ਕਮਰਾ ਸੈਪਰੇਟ ਕਰਨ ਤੋਂ ਬਾਅਦ ਤੁਸੀਂ ਉਸ ਆਪਣੇ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਹੈ ਉਹਨਾਂ ਨਾਲ ਜੋ ਤਾਂ ਦੇਖੋ ਪਹਿਲਾਂ ਕੰਟੈਕਟ ਹੋ ਗਿਆ ਤਾਂ ਹੋ ਗਿਆ, ਅੱਗੇ ਤੁਸੀਂ ਕੰਟੈਕਟ ਨਹੀਂ ਰੱਖਣਾ। ਆਪਣਾ ਖਾਣਾ ਪੀਣਾ ਸੈਪਰੇਟ ਕਰ ਲੈਣਾ ਹੈ ਐਂਡ ਨਹਾਣਾ ਪੀਣਾ ਸਾਰਾ ਕੁਝ ਉਸ ਕਮਰੇ ਦੇ ਅੰਦਰ ਹੀ ਕਰਨਾ ਹੈ। ਐਂਡ ਤੁਸੀਂ ਜਿਹੜੇ ਡਾਕਟਰਸ ਨੇ ਜਿੱਥੇ ਤੁਹਾਡਾ ਟ੍ਰੀਟਮੈਂਟ ਹੋਇਆ ਹੈ ਉਹਨਾਂ ਦੀ ਟੀਮ ਤੁਹਾਡੇ ਆਵੇਗੀ ਘਰ ਐਂਡ ਉਹ ਤੁਹਾਨੂੰ ਆਈਸੋਲੇਸ਼ਨ ਦੇ ਬਾਰੇ ਦੱਸ ਕੇ ਜਾਵੇਗੀ। ਤੁਹਾਨੂੰ ਪਹਿਲਾਂ ਇਹ ਪ੍ਰੋਸੀਜਰ ਅਸੀਂ ਰੱਖਿਆ ਸੀ ਕਿ ਤੁਹਾਨੂੰ ਪੋਜ਼ਿਟਿਵ ਬੰਦਿਆਂ ਨੂੰ ਅਸੀਂ ਪਹਿਲਾਂ ਇੱਕ ਸਿਵਲ ਹਸਪੀਟਲ ਲੈ ਕੇ ਆਉਂਦੇ ਸੀ ਐਂਡ ਉੱਥੋਂ ਫਿਰ ਰੈਫਰ ਹੁੰਦੇ ਸੀ, ਉਸ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਸੁਧਾਰ ਕਰ ਰਹੇ ਹਾਂ। ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਰਹਿਣਾ ਹੈ, ਸਾਡੀ ਜਿਹੜੀ ਮੈਡੀਕਲ ਟੀਮ ਆਵੇਗੀ ਐਂਡ ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰਕੇ ਹੋਮ ਆਈਸੋਲੇਸ਼ਨ ਦਾ ਪ੍ਰੋਸੀਜਰ ਵਗੈਰਾ ਸਾਰਾ ਕੁਝ ਦੱਸ ਕੇ ਜਾਵੇਗੀ। ਇੱਕ ਚੀਜ਼ ਹੁੰਦੀ ਹੈ ਆਕਸੀਮੀਟਰ, ਜਿਸ ਨੂੰ ਕਿ ਆਪਾਂ ਉਂਗਲ ਦੇ ਵਿੱਚ ਲਗਾ ਕੇ ਆਕਸੀਜਨ ਵਗੈਰਾ ਚੈੱਕ ਕਰ ਸਕਦੇ ਹਾਂ। ਉਹ ਤੁਸੀਂ ਜੇ ਪੋਜ਼ਿਟਿਵ ਆਉਂਦੇ ਹੋ ਤੁਸੀਂ ਉਹ ਬਾਜ਼ਾਰੋਂ ਖਰੀਦ ਲਵੋ। ਪਹਿਲਾਂ ਇਹ ਡਿਵਾਈਸ ਆਉਂਦੀ ਸੀ 1200-1500 ਰੁਪਏ ਦੀ, ਹੁਣ ਤਾਂ ਇਹ ਬਹੁਤ ਸਸਤੀ ਹੋ ਗਈ ਹੈ, 500 ਰੁਪਏ ਦੇ ਅੰਦਰ ਹੀ ਆ ਜਾਂਦੀ ਹੈ। ਅਸੀਂ ਤਾਂ 400 ਰੁਪਏ ਤੱਕ ਦੀ ਵੀ ਮੰਗਾਈਆਂ ਹੈਗੀਆਂ, 500 ਰੁਪਏ ਦੇ ਅੰਦਰ ਦੀ ਤਕਰੀਬਨ ਆ ਜਾਂਦੀ ਹੈ। ਉਹ 400-500 ਰੁਪਏ ਦੀ ਉਹ ਆਕਸੀਮੀਟਰ, ਜਿਸ ਨੂੰ ਪਲਸ ਆਕਸੀਮੀਟਰ ਕਹਿੰਦੇ ਆ, ਉਹ ਤੁਸੀਂ ਮੰਗਾ ਕੇ ਰੱਖ ਲੈਣਾ ਹੈ। ਉੱਤੋਂ ਤੁਸੀਂ ਉਂਗਲ ਦੇ ਵਿੱਚ ਪਾ ਕੇ ਆਪਣੀ ਆਕਸੀਜਨ ਲੈਵਲ ਚੈੱਕ ਕਰਦੇ ਰਹਿਣਾ ਹੈ। 95% ਤੋਂ ਉੱਪਰ ਹੋਣੀ ਚਾਹੀਦੀ ਹੈ। ਗੌਰਵ ਬੱਗਾ ਖੁਰਾਨਾ ਇਹਨਾਂ ਨੇ ਪੁੱਛਿਆ ਹੈਗਾ I think side by side precautionary measure administration needs to control the panic among the citizens। देखो ये तो मैं ਤੁਹਾਨੂੰ ਕਹਿ ਰਿਹਾ ਕਿ ਪੈਨਿਕ ਹੋਣ ਦੀ ਗੱਲ ਨਹੀਂ ਹੈ, ਇਹ ਤਾਂ ਆਪਾਂ ਨੂੰ ਸਾਵਧਾਨੀਆਂ ਰੱਖਣੀਆਂ ਹੈ, ਇਹਦੇ ਬਾਰੇ ਜਾਗਰੂਕ ਹੋਣਾ ਹੈ। ਲੇਕਿਨ ਇਹ ਵੀ ਨਹੀਂ ਹੈ ਕਿ ਆਪਾਂ ਬਿਲਕੁਲ ਜਾਗਰੂਕ ਹੀ ਨਾ ਹੋਈਏ, ਲਾਪਰਵਾਹ ਹੋ ਜਾਈਏ ਐਂਡ ਨਾਲ ਦੇ ਬੰਦੇ ਨੂੰ ਕੋਰੋਨਾ ਹੋ ਰਿਹਾ ਹੈ ਤੇ ਫਿਰ ਵੀ ਆਪਾਂ ਉਹਨੂੰ ਟੱਚ ਕਰ ਰਹੇ ਹਾਂ, ਉਹਦੇ ਨਾਲ ਜੱਫੀ ਮਾਰ ਪਾ ਰਹੇ ਹਾਂ, ਉਹ ਨਾ ਹੋਵੇ। ਸਤਵੀਰ ਸਿੰਘ ਇਹਨਾਂ ਨੇ ਪੁੱਛਿਆ ਹੈਗਾ ਕਿ ਪੀਪਲ ਆਰ ਵੈਰੀ ਕੇਅਰਲੈਸ ਇਨ ਆਵਰ ਸਿਟੀ, ਦੇ ਆਰ ਨਾਟ ਫੋਲੋਇੰਗ ਸੋਸ਼ਲ ਡਿਸਟੈਂਸ। ਦੇਖੋ ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ, ਕੋਰੋਨਾ ਦੇ ਨਾਲ ਜਿਹੜੇ ਆਪਾਂ ਲੜਨਾ ਹੈ ਤੇ 7 ਚੀਜ਼ਾਂ ਆਪਾਂ ਨੂੰ ਚਾਹੀਦੀਆਂ। ਇਹ 7 ਚੀਜ਼ਾਂ ਮੈਂ ਤੁਹਾਨੂੰ ਕਾफ़ੀ ਵਾਰੀ ਪਹਿਲਾਂ ਵੀ ਦੱਸ ਚੁੱਕਿਆ। 7 ਚੀਜ਼ਾਂ ਕਿਹੜੀ-ਕਿਹੜੀਆਂ ਹੈ ਤੁਹਾਨੂੰ ਆਪ ਵੀ ਪਤਾ ਹੈ। ਪਹਿਲੀ ਚੀਜ਼ ਤਾਂ ਹੈ ਮਾਸਕ। ਮਾਸਕ ਤੋਂ ਬਿਨਾਂ ਤਾਂ ਆਪਾਂ ਨਿਕਲਣਾ ਹੀ ਨਹੀਂ। ਮਾਸਕ ਨੂੰ ਤਾਂ ਬਿਲਕੁਲ ਗੂੰਦ ਨਾਲ ਚਿਪਕਾ ਲਓ। ਕਈ ਬੰਦੇ ਕੀ ਹੁੰਦੇ ਹੈ, ਮਾਸਕ ਨੂੰ ਨੱਕ ਦਿਸ ਰਹੀ ਹੁੰਦੀ ਹੈ ਉਹਨਾਂ ਦੀ, ਜਾਂ ਚਿੰਨ ਦੇ ਉੱਪਰ ਲਗਾ ਲੈਂਦੇ ਹੈ, ਜਾਂ ਇੱਦਾਂ ਲੁਕਾ ਕੇ ਰੱਖਦੇ ਹੈ ਕਿ ਜੇ ਪੁਲਿਸ ਵਾਲਾ ਆ ਗਿਆ ਤਾਂ ਆਪਾਂ ਮਾਸਕ ਲਗਾ ਲੈਣਾ ਹੈ। ਉਹ ਨਹੀਂ ਕਰਨਾ। ਮਾਸਕ ਆਪਾਂ ਪ੍ਰੋਪਰਲੀ ਲਗਾਉਣਾ ਹੈ। ਘਰ ਦੇ ਅੰਦਰ ਤੁਸੀਂ ਮਾਸਕ ਲਗਾਉਂਦੇ ਹੋ ਜਾਂ ਨਹੀਂ ਲਗਾਉਂਦੇ, ਇਹ ਤਾਂ ਚਲੋ ਤੁਸੀਂ ਆਪਣਾ ਸਾਰਿਆਂ ਨੇ ਇਕੱਠੇ ਹੀ ਰਹਿਣਾ ਹੁੰਦਾ ਹੈ, ਉਹ ਤਾਂ ਤੁਹਾਡੀ ਆਪਣੀ ਪਰਸਨਲ ਚੋਇਸ ਹੈ। ਜਿੱਦਾਂ ਹੀ ਘਰੋਂ ਤੁਸੀਂ ਬਾਹਰ ਨਿਕਲੇ ਮਾਸਕ ਲਗਾਉਣਾ ਹੈ। ਐਂਡ ਕਈ ਵਾਰੀ ਹੁੰਦਾ ਕਿ ਆਪਾਂ ਮਾਸਕ ਲਗਾ ਕੇ ਕਿਸੇ ਨੂੰ ਮਿਲਣ ਲਈ ਗਏ, ਜਦੋਂ ਗੱਲਾਂ ਬਾਤਾਂ ਹੋਈਆਂ, ਚਾਹ ਤਾਂ ਆਂਦੀ ਹੈ, ਚਾਹ ਬਿਸਕਿਟ ਆਏ ਤੇ ਆਪਾਂ 2 ਮਿੰਟ ਲਈ ਮਾਸਕ ਨੂੰ ਉਤਾਰਿਆ ਤੇ ਚਾਹ ਪੀ ਲਈ। ਉਹ ਨਹੀਂ ਆਪਾਂ ਕਰਨਾ। ਜੇ ਆਪਾਂ 2 ਮਿੰਟ ਕੀ 1 ਮਿੰਟ ਲਈ ਵੀ ਮਾਸਕ ਨੂੰ ਉਤਾਰਦੇ हैं, ਚਾਹ ਚੂ ਪੀਂਦੇ हैं, ਤੇ ਫਿਰ ਸਾਰਾ ਮਾਸਕ ਦਾ ਸਿਸਟਮ, ਮਾਸਕ ਲਗਾਉਣਾ ਨਾ ਲਗਾਉਣਾ ਬਰਾਬਰ ਹੈ। ਤੇ ਇਸ ਕਰਕੇ ਪਹਿਲੀ ਚੀਜ਼ ਮਾਸਕ। ਦੂਜੀ, ਜਦੋਂ ਆਪਾਂ ਬਾਹਰ ਜਾਂਦੇ ਹਾਂ 2 ਮੀਟਰ ਦੀ ਡਿਸਟੈਂਸ ਆਪਾਂ ਰੱਖਣੀ ਹੈ ਕਿਸੇ ਦੂਜੇ ਬੰਦੇ ਤੋਂ, ਅਣਜਾਣ ਬੰਦੇ ਤੋਂ। ਘਰ ਦੇ ਬੰਦੇ ਤਾਂ ਚਲੋ ਨੇੜੇ ਹੁੰਦੇ ਆ। 2 ਮੀਟਰ ਦੀ ਡਿਸਟੈਂਸ ਜੇ ਤੁਸੀਂ ਰੱਖੋਗੇ, ਜਿਹੜੇ ਮਾਸਕ ਲਗਾ ਕੇ ਰੱਖੋਗੇ, ਤੁਹਾਨੂੰ ਚਾਂਸਿਸ ਆਫ ਇਨਫੈਕਸ਼ਨ ਜਿਹੜੇ ਆ ਉਹ 1% ਵੀ ਨਹੀਂ ਰਹਿਣੇ। ਹੁੰਦਾ ਕੀ ਹੈ, ਆਪਾਂ ਸਪੋਜ਼ ਬਾਜ਼ਾਰ ਕੋਈ ਸਮਾਨ ਲੈਣ ਲਈ ਗਏ, ਉੱਥੇ ਬਾਜ਼ਾਰ ਦੇ ਵਿੱਚ ਉਹ ਜਿੱਥੇ ਆਪਾਂ ਪੈਸੇ ਦਿੰਦੇ ਹਾਂ ਉਸ ਦੁਕਾਨ 'ਤੇ ਕਾਊਂਟਰ 'ਤੇ ਭੀੜ ਹੈ, ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਦੂਜੇ ਦੇ ਉੱਪਰ ਚੜ੍ਹ ਕੇ ਪੈਸੇ ਪਹਿਲਾਂ ਦੇ ਦਈਏ। ਉਹ 2 ਮੀਟਰ ਦੀ ਡਿਸਟੈਂਸ ਖਤਮ ਹੋ ਜਾਂਦੀ ਹੈ ਤੇ ਉਹ ਆਪਣਾ ਪ੍ਰੋਬਲਮ ਆਉਂਦੀ ਹੈ। ਮਾਸਕ, ਸੋਸ਼ਲ ਡਿਸਟੈਂਸ। ਤੀਜਾ ਆਪਣਾ ਹੈਗਾ ਹੱਥ ਆਪਣੇ ਵਾਸ਼ ਕਰਦੇ ਰਹਿਣਾ ਹੈ।
20 ਸੈਕਿੰਡ ਲਈ ਘੱਟੋ ਘੱਟ हैंड वॉश करने हैं, क्योंकि ये ਜਿਹੜਾ कोरोना ਦਾ वायरस है ਇਹਦਾ साबुन ਜਿਹੜਾ ਆਪਣਾ साबुन है ਉਹ ਸਭ ਤੋਂ ਜੇ ਆਪਾਂ साबुन ਨਾਲ ਜਾਂ सैनिटाइज़र ਨਾਲ सैनिटाइज़र ਜੇ ਆਪਣੇ ਕੋਲ साबुन नहीं है तो ਆਪਾਂ सैनिटाइज़ कर सकते हैं बार बार, तो ਇਹਦੇ ਨਾਲ ਜੇ ਕੋਈ ਇਨਫੈਕਸ਼ਨ ਹੁੰਦੀ ਵੀ ਹੈ ਉਹ ਕਿਲ ਹੋ ਜਾਂਦੀ ਹੈ। ਤੇ ਚੌਥੀ ਗੱਲ, ਕਰਾਊਡਡ ਪਲੇਸ ਦੇ ਨਹੀਂ ਜਾਣਾ ਆਪਾਂ, ਜਿੱਥੇ ਵੀ ਭੀੜ ਭੜੱਕਾ ਹੁੰਦਾ ਹੈ, ਖਾਸ ਕਰ ਸਬਜ਼ੀ ਮੰਡੀਆਂ ਹੁੰਦੀਆਂ या कोई शादी ब्याह है या कोई इस तरीके का कोई सोशल कोई है फंक्शन, कोई रिलीजियस प्लेसिस हैं जिथे की भीड़ हो सकती है, कोई भी चीज़ जिथे भीड़ हो सकती है जिदे बिना अपना काम सरदा है उत्थे बिल्कुल नहीं जाना, किसी भी कंडीशन च नहीं जाना। खासकर मन के चलो हुण अपना पीक टाइम चल रहा है कोरोना का, 1.5 महीने का अपना मैं समझदा कि ज़्यादा प्रिकॉशन आपां नूं रखण वाली है। तकरीबन 18 अगस्त हो गई, 1 महीना तुसी सैप्टंबर के मिड तक का प्रिकॉशनस प्रॉपर रखो ਤੇ ਆਪਾਂ ਇਸ ਬਿਮਾਰੀ ਦੇ ਉੱਪਰ ਵਿਜੈ ਪ੍ਰਾਪਤ ਕਰਨੀ ਹੈ। ਤੇ ਪੰਜਵੀਂ ਗੱਲ, ਰੈਸਪੀਰੇਟਰੀ ਹਾਈਜੀਨ, ਉਹ ਤਾਂ ਤੁਸੀਂ ਚਲੋ ਮਾਸਕ ਲੱਗਿਆ ਹੁੰਦਾ, ਰੈਸਪੀਰੇਟਰੀ ਹਾਈਜੀਨ ਹੁੰਦਾ, ਜੇ ਤੁਹਾਨੂੰ ਛਿੱਕ ਵਗੈਰਾ ਆਉਂਦੀ ਹੈ ਤੇ ਤੁਸੀਂ ਉਸ ਨੂੰ ਆਪਣੇ ਸਾਈਡਾਂ ਤੇ ਰੱਖਣਾ ਹੈ, ਲੇਕਿਨ ਮਾਸਕ ਦੇ ਵਿੱਚ ਤਾਂ ਉਹ ਬਚਾਅ ਹੋ ਜਾਂਦਾ ਹੈ। ਤੇ ਛੇਵੀਂ ਗੱਲ ਜਿਹੜੀ ਹੈ, ਜੇ ਤੁਹਾਨੂੰ ਸਿੰਪਟਮਸ ਆਉਂਦੇ ਹੈ ਤੇ ਇਮੀਡੀਏਟਲੀ ਮੈਡੀਕਲ ਅਟੈਂਸ਼ਨ ਲੈਣੀ ਹੈ, ਮੈਡੀਕਲ ਟ੍ਰੀਟਮੈਂਟ ਲੈਣਾ ਹੈ, ਡਾਕਟਰ ਕੋਲ ਜਾਣਾ ਹੈ। ਇਹ ਨਾ ਹੋਵੇ ਕਿ ਤੁਹਾਨੂੰ ਫਲੂ ਆ ਜਾਏ, ਬੁਖਾਰ ਆ ਜਾਏ, ਸਿਰ ਦਰਦ ਕਰੇ, ਤੁਹਾਡਾ ਖੰਘ ਆ ਜਾਏ, फिर भी तुसी उसनू इग्नोर करे चलो, घर विच बैठे रहो कि सोचो कि शायद आप ही ठीक हो जाऊगा, हर साल ही आंदा सी ये, वो नहीं करना। ये सीजन इस बार दा वखरा हैगा, इस बार जिन्ने भी इस तरीके के मरीज़ आ रहे हैं, बाकी बीमारियां सारियां खत्म हो रही हैं, ये कोरोना वाली बीमारी आ रही है। एंड इस बीमारी तो डरन की लोड़ नहीं, जे तुसी डॉक्टर तो जाओगे, डॉक्टर की सुपरविजन दे विच रहोगे, घर दे विच ही रहना है, तो ये तुहानू डॉक्टर्स कुछ प्रिकॉशनस दसणगे कि करना है, तो कुछ एक विटामिन दी गोलियां वगैरह दे देंगे, तो वो लेकिन ये बीमारी कंट्रोल हो जाती है। तो यानी कि जो भी अर्ली सिम्पटम्स आते हैं वो आप लुकाने नहीं, वो दसने हैं। तो 7वीं गल और जो सब तो इंपॉर्टेंट है कि अपनी इम्यूनिटी नू बूस्ट करके रखना है, मोरल डाउन नहीं करना। इम्यूनिटी नू बूस्ट करने लई नींद पूरी लैनी है 8 घंटे की, पानी पूनी पींदे रहना है। एंड ਜਿਹੜੇ अपने मैं तो हमेशा कहना तुहानू तुलसी, गिलोए, काढ़े, ये जिहड़ी पुरानी चीज़ां हुंदी सीगियां वो आपां लैके रखनी है। फ्रूट्स वैजीटेबल्स प्रॉपरली खानी है, खाने का ध्यान रखना है। काजू बादाम हैल्दी तरीके नाल तुसी खा सकते हो। एंड इस तरीके का सारा तुसी सिस्टम अपना इम्यूनिटी नूं बूस्ट करके रखना है। तो काफ़ी सारे क्वेश्चनस अपने कोल हुण आ रहे हैं, तो असी इन्हां नूं एक एक करके लवांगे। गुरजीत सिंह आज़ाद इन्होंने क्या है कि आवर कंप्यूटर सेंटर इज़ क्लोज्ड, कदों ओपन होगा? गुरजीत जी थोड़ा दिन और वेट करो, कंप्यूटर सेंटर्स ਲਈ सरकार लेवल ਤੇ विचार चल रहा है, जिस तरीके नाल भी ये इंस्ट्रक्शनस आउणगियां असीं तुहानूं दस देवांगे। कुलदीप सिंह राजपाल इन्होंने क्या है कि प्लीज़ स्टॉप बैगिंग स्पेशली नियर पैविलियन मॉल। बिल्कुल देखो, ये बैगिंग के खिलाफ असी सख्त एक्शन पहला भी लिया हैगा, जे इस तरीके की तुहाडी कोई ऑब्जरवेशन है असी बिल्कुल एक्शन लवांगे। मिलन सूद इन्होंने क्या है कि वेंडर्स इन सब्जी मंडी बहादुर के रोड कैन बी ओपन ऑन सैटरडे एंड संडे। देखो सब्जी जी है वो इसेंशियल आइटम्स दे विच है, सैटरडे संडे दे विच इसेंशियल आइटम्स वाली शॉप्स खुल सकती हैं। उहदे विच सब्जी हो गई, दुध हो गया, ब्रैड वगैरह हो गई, किराने का सामान हो गया, तो मैडिकल शॉप्स हो गई, हॉस्पिटल्स तो चलो है ही हैं, तो ये चीज़ां खुल सकती हैं। हिमांशु भाटिया इन्होंने क्या किया, लेट अस नो अबाउट CP इंक्वायरी रिलेटेड इन्फॉर्मेशन वैदर ये की लिखा है कुछ CP ऑफिस दे विच इंक्वायरी कि CP ऑफिस दे विच जे कोई कंप्लेंट की इंक्वायरी करनी होवे उहदा की प्रोसीजर है। देखो CP ऑफिस दे विच भी काफ़ी सारे मुलाजिम पॉजिटिव आए हुए हैं, तो समय समय पर सानू इहदी CP ऑफिस की सैनिटाइजेशन भी करानी पैंदी है। एंड असी एज ए प्रिकॉशनरी मेजर कुछ दिन ਲਈ पब्लिक डीलिंग बंद भी करते रहते हैं। फिलहाल पब्लिक डीलिंग खुली हुई है, लेकिन ਇਹਦੇ ਲਈ ਇਹ ਹੈ ਕਿ ਅਸੀਂ ਆਪਣਾ ਈਮੇਲ ਰਾਹੀਂ ਆਪਣਾ ਸਿਸਟਮ ਪਬਲਿਕ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਜੇ ਤੁਹਾਨੂੰ ਕੋਈ CP ਆਫਿਸ ਦੇ ਨਾਲ ਕੋਈ ਕੰਪਲੇਂਟ ਹੈ ਤੇ ਤੁਸੀਂ ਇਹ ਸਾਡੇ ਈਮੇਲ ਐਡਰੈਸ ਹੈ cp.ldh.police@punjab.gov.in। ਇਹ इस ईमेल एड्रैस से तुसी cp.ldh.police@punjab.gov.in इस ईमेल एड्रैस से तुसी कोई भी अपनी जिहड़ी कंप्लेंट है वो तुसी
ਭੇਜ ਸਕਦੇ ਹੋ। ਐਂਡ ਸਾਡਾ ਤੁਹਾਨੂੰ ਵਿਸ਼ਵਾਸ ਹੈ ਕਿ ਵਿਦਿਨ 24 ਆਵਰਸ ਅਸੀਂ ਉਸ ਕੰਪਲੇਂਟ ਨੂੰ ਰੀਡ ਕਰਕੇ ਉਸ ਨੂੰ ਕੰਸਰਨਡ ਆਫੀਸਰਸ ਨੂੰ ਮਾਰਕ ਕਰ ਦਿੰਦੇ ਹਾਂ। ਐਂਡ ਤੁਹਾਨੂੰ ਇੰਟੀਮੇਸ਼ਨ ਮਿਲਦੀ ਹੈ ਕਿ ਇਹ ਤੁਹਾਡੀ ਕੰਪਲੇਂਟ ਇਸ ਫਲਾਂ ਅਫਸਰ ਨੂੰ ਮਾਰਕ ਹੋਈ ਹੈ, ਉਹਨਾਂ ਦਾ ਮੋਬਾਈਲ ਨੰਬਰ ਇਹ ਹੈ, ਤੁਹਾਡੀ ਕੰਪਲੇਂਟ ਦਾ ਨੰਬਰ ਇਹ ਹੈ, ਤਾਂ ਕਿ ਤੁਸੀਂ ਉਸ ਨੂੰ ਫੋਲੋ ਕਰ ਸਕੋ। ਇਹ ਤੁਹਾਡਾ ਕੁਐਸਚਨ ਹੋ ਗਿਆ ਹਿਮਾਂਸ਼ੂ। ਕਮਲ ਕਾਮਰਾ, ਕੈਨ ਵੀ ਟਰੈਵਲ ਵਿਦ ਇਨ ਸਟੇਟ ਔਨ ਸੈਟਰਡੇ ਐਂਡ ਸੰਡੇ। ਦੇਖੋ ਸਟੇਟਸ ਦੇ ਅੰਦਰ ਟਰੈਵਲ 'ਤੇ ਸੈਟਰਡੇ ਐਂਡ ਸੰਡੇ ਹਲੇ ਕੋਈ ਰੋਕ ਨਹੀਂ ਲਗਾਈ, ਲੇਕਿਨ ਜੋ ਮੇਨ ਮੋਟਿਵ ਇਹ ਹੈ ਕਿ ਆਪਾਂ ਅਨਨੈਸੈਸਰੀ ਟਰੈਵਲ ਨੂੰ ਖਤਮ ਕਰਨਾ ਹੈ, ਭਾਵੇਂ ਵੀਕਡੇ ਹੋਵੇ ਭਾਵੇਂ ਵੀਕਐਂਡ ਹੋਵੇ। ਸੈਟਰਡੇ ਸੰਡੇ ਵੈਸੇ ਤੁਸੀਂ ਟੈਕਨੀਕਲੀ ਜਾ ਸਕਦੇ ਹੋ, ਲੇਕਿਨ ਆਪਾਂ ਸੋਸ਼ਲ ਫੰਕਸ਼ਨਾਂ ਲਈ ਨਹੀਂ ਜਾਣਾ। ਕੋਈ ਤੁਹਾਡਾ ਬਿਜ਼ਨਸ ਹੈ, ਕੋਈ ਤੁਹਾਡਾ ਕੁਝ ਜਿਹੜਾ ਜਿਹਦੇ ਬਿਨਾਂ ਨਹੀਂ ਸਰਦਾ, ਉਹਦੇ ਲਈ ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਜਾ ਸਕਦੇ ਹੋ। ਵਿਨੈ ਜੈਨ, ਹਾਊ ਕੈਨ ਵੀ ਗੈਟ ਬੈਡ ਅਵੇਲੇਬਿਲਿਟੀ ਇਨ ਲੁਧਿਆਣਾ। ਦੇਖੋ ਵਿਨੈ ਜੀ, ਇਹਦੇ ਲਈ ਇੱਕ ਅਸੀਂ ਐਪ ਬਣਾਈ ਹੈ। ਤੁਸੀਂ ਗੂਗਲ ਸਟੋਰ 'ਤੇ ਜਾਓਗੇ, ਆਪਣਾ ਐਂਡਰਾਇਡ ਫੋਨ ਦੇ ਵਿੱਚ ਉਹ ਚਾਲੂ ਹੋ ਗਈ ਹੈ। HBMS ਹਸਪੀਟਲ ਬੈਡ ਮੈਨੇਜਮੈਂਟ ਸਿਸਟਮ। HBMS ਡਾਟਾ ਤੁਸੀਂ ਆਪਣਾ ਐਪ ਡਾਊਨਲੋਡ ਕਰ ਲਓਗੇ, ਉਸ ਦੇ ਵਿੱਚ ਤੁਹਾਨੂੰ ਲਾਈਵ ਪਤਾ ਲੱਗ ਜੂਗਾ ਕਿ ਉਹ ਲੁਧਿਆਣੇ ਦੇ ਵਿੱਚ ਕਿਹੜੇ ਹਸਪੀਟਲ ਦੇ ਵਿੱਚ ਕਿੰਨੇ ਬੈਡ ਅਵੇਲੇਬਲ ਹੈ, ਅਤੇ ਉਹ ਤੁਸੀਂ ਉਸ ਹਿਸਾਬ ਨਾਲ ਇਹ ਕੋਵਿਡ ਦੇ ਬੈਡ ਕਿੰਨੇ ਅਵੇਲੇਬਲ ਹੈ, ਉਸ ਹਿਸਾਬ ਨਾਲ ਤੁਸੀਂ ਆਪਣੇ ਪੇਸ਼ੈਂਟਸ ਨੂੰ ਲੈ ਕੇ ਜਾ ਸਕਦੇ ਹੋ। ਉਹਦੇ ਵਿੱਚ ਹੈਲਪਲਾਈਨ ਨੰਬਰ ਵੀ ਲਿਖਿਆ ਹੋਇਆ, ਤੁਸੀਂ ਹੈਲਪਲਾਈਨ ਨੰਬਰ 'ਤੇ ਵੀ ਕਾਲ ਵੀ ਕਰ ਸਕਦੇ ਹੋ, ਪੁੱਛ ਵੀ ਸਕਦੇ ਹੋ। DC ਆਫਿਸ ਦਾ ਹੈਲਪਲਾਈਨ ਨੰਬਰ ਹੈ ਉਹ, ਅਤੇ ਉਹ ਤੁਹਾਨੂੰ ਦੱਸ ਵੀ ਦੇਣਗੇ ਕਿ ਕਿਹੜੇ ਹਸਪੀਟਲ ਦੇ ਵਿੱਚ ਪੇਸ਼ੈਂਟ ਦੇ ਸਿੰਪਟਮਸ ਦੇ ਹਿਸਾਬ ਨਾਲ ਅਸੀਂ ਹਸਪੀਟਲਸ ਨੂੰ ਰੈਫਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜੇ ਬੰਦੇ ਨੂੰ ਕੋਈ ਸਿੰਪਟਮਸ ਨਹੀਂ ਉਹ ਨਾਰਮਲ ਹਸਪੀਟਲ ਦੇ ਵਿੱਚ ਜਾ ਸਕਦਾ, ਜਿਹਨੂੰ ਥੋੜ੍ਹੇ ਜ਼ਿਆਦਾ ਸਿੰਪਟਮਸ ਹੈ ਉਹ ਥੋੜ੍ਹੇ ਬੈਟਰ ਦੇ ਵਿੱਚ, ਜਿਹਨੂੰ ਜ਼ਿਆਦਾ ਸਿੰਪਟਮਸ ਹੈ ਉਸ ਨੂੰ ਫਿਰ ਟਰਸ਼ਰੀ ਕੇਅਰ ਦੀ ਲੋੜ ਹੁੰਦੀ ਹੈ। ਜਪਜੀਤ ਸਿੰਘ ਇਹਨਾਂ ਨੇ ਕਿਹਾ ਪੁੱਛਿਆ ਹੈਗਾ, ਸਰ ਪਲੀਜ਼ ਇੰਪਲੀਮੈਂਟ ਕੰਪਲੀਟ ਲੋਕਡਾਊਨ ਫॉर 15 ਡੇਜ਼। ਦੇਖੋ ਜਪਜੀ ਜੀ, ਇਹ ਹੈ ਕਿ ਲੋਕਡਾਊਨ ਸਾਡੇ ਗੌਰਮੈਂਟ ਦੇ ਦਿਮਾਗ ਦੇ ਵਿੱਚ ਵੀ ਹੈ, ਲੇਕਿਨ ਇਹ ਲੋਕਡਾਊਨ ਕੋਈ ਇਹਦਾ ਸੋਲੂਸ਼ਨ ਨਹੀਂ ਹੈ। ਲੋਕਡਾਊਨ ਹੁੰਦਾ ਹੈ ਟ੍ਰੇਨਿੰਗ ਲਈ, ਕਿ ਪਬਲਿਕ ਨੂੰ ਟ੍ਰੇਨ ਕਰਨਾ ਹੈ ਕਿ ਇਹ ਬਿਮਾਰੀ ਕੀ ਹੈ, ਇਸ ਬਿਮਾਰੀ ਤੋਂ ਲੜਨਾ ਕਿੱਦਾਂ ਹੈ। ਹੁਣ ਬਿਮਾਰੀ ਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਬਿਮਾਰੀ ਇੱਕ ਦੂਜੇ ਤੋਂ ਫੈਲਦੀ ਹੈ, ਇਹ ਮੱਛਰ ਤੋਂ ਨਹੀਂ ਫੈਲਦੀ, ਪਾਣੀ ਤੋਂ ਨਹੀਂ ਫੈਲਦੀ, ਇੱਕ ਦੂਜੇ ਦੇ ਟੱਚ ਨਾਲ ਫੈਲਦੀ ਹੈ। ਬਿਮਾਰੀ ਦਾ ਹੱਲ ਕੀ ਹੈ, ਉਹ ਪ੍ਰੀਕਾਸ਼ਨਸ ਵੀ ਆਪਾਂ ਨੂੰ ਪਤਾ ਹੈ। 7 ਪ੍ਰੀਕਾਸ਼ਨਾਂ ਮੈਂ ਤੁਹਾਨੂੰ ਦੱਸੀ ਸੀਗੀਆਂ, ਮਾਸਕ, ਸੋਸ਼ਲ ਡਿਸਟੈਂਸਿੰਗ, ਆਪਣਾ हैंड वॉश, इम्यूनिटी, क्राउडेड प्लेस ते नहीं जाना, रेस्पिरेटरी हाइजीन रखनी है, अर्ली सिम्पटम्स से चेक करवाना, ये सारी चीज़ें यदि प्रिकॉशनस हैं। जे कोई बंदा कहे कि मैं ये प्रिकॉशनस मननिया नहीं, मैं मास्क नहीं लगाना, मैं हर एक नूं मिलना है, मैं अपना काम नॉर्मल ही करना है, फिर तो हुण दसो इहदा कसूर फिर गौरमेंट का है कि किहदा है। फिर लॉकडाउन की तो उन्होंने फिर लोड़ पै सकती है कि जे आपां किसी गल नूं मन्नांगे ही नहीं, फिर ये लॉकडाउन का होंदा कि जे तुसीं मनना ही नहीं तो फिर तुसीं अपने बिल्कुल अंदर ही बैठो। लेकिन ये बिजनेस नूं भी आपां नाल दी नाल इकोनॉमी नूं भी लैके चलना हुंदा है, इस करके वॉलंटरी जिहड़ा लॉकडाउन है वो सब तो सफल तरीका हुंदा है। एंड जे बंदे नूं कोई इमरजेंसी है वो उसनूं ये विश्वास होना चाहिए कि मैं बाहर जा सकदा, मैनूं किसी परमिशन की लोड़ नहीं, वॉलंटरी लॉकडाउन तुसीं कर सकदे हो। गुरमिंदर सिंह इन्होंने पूछा है, होम आइसोलेशन इज़ एप्लीकेबल इन लुधियाना और नॉट। बिल्कुल होम आइसोलेशन नूं असीं बढ़ावा देंदे हैं, क्योंकि होम आइसोलेशन दे विच जिहड़ा कोरोना पेशेंट है उहदे लई एक अपना माहौल, घर दा माहौल एक इम्यूनिटी बूस्टर का काम करता है। उहदे विच होम आइसोलेशन दे विच कुछ प्रिकॉशनस रखनियां हुंदियां, जिद्दां अपने कमरे के अंदर ही रहना हुंदा है, कमरे के अंदर अटैच लैटरिन है। बाहरले जिहड़े अपने रिश्तेदार होंदे हैं, कोई वाइफ या मदर, उन्हां नाल घੱਟ ਤੋਂ घੱਟ कॉन्टैक्ट, मतलब बिल्कुल कॉन्टैक्ट नहीं रखना हुंदा। उन्होंने कमरे के बाहर तुहाडा खाना रख जाना, तुसीं अंदर लैके खाना खा लेना, बर्तन तुसीं अपने साफ करके अंदर ही रख लेने, अगली बारी उन्होंने खाना उन्हां बर्तनां दे विच ही पा देना। कपड़े कुपड़े तुसीं अपने आप ही धोने हुंदे अंदर ही करा के, उस हिसाब का सिस्टम तुसीं बनाना हुंदा है कि ताकि तुहाडा इन्फैक्शन नाल दूजा तुहाडा रिश्तेदार है वो उसनूं इन्फैक्शन ना होवे। तो जे आप थोड़ा जिहा ध्यान रखांगे तो होम आइसोलेशन मतलब साडी तो कोशिश ये होंदी है कि एटलीस्ट आज की डेट भी 50% साडे मरीज़ 2000 चों 1000 जिहड़े हैं वो होम आइसोलेशन दे विच ही है। असीं तां इसनूं 80% तक 90% तक लैके जाना चाहते हैं कि वध तो वध बंदे अपने घरां दे विच ही रहण,
क्योंकि जो उन्होंने नाल ही डॉक्टर नाल टेलीफोन ते कॉन्टैक्ट दे विच रहन, जे उन्होंने कोई प्रॉब्लम है टेलीफोन राही वो सॉल्व हो जाएगी। साहिल सीकरी इन्होंने पूछा हैगा कि आधार कार्ड इज़ मैंडेटरी फॉर कोविड टेस्ट। नहीं, आधार कार्ड कोई मैंडेटरी नहीं है, एक आईडी प्रूफ चाहिए होंगे। कई बार की होंगे ना, बंदे दी आपां टाइप करन वेले स्पैलिंग कुछ गलत लिख देंगे हैं, ਜਦੋਂ रिजल्ट आता है वो दूजे ਦੇ ਨਾਲ मैच कर जाता है उसकी स्पैलिंग नाल। तो इस करके एक आईडी प्रूफ रखा होया ताकि कोई बंदा गलत भी ना लिखा दे, ना हो कि किसी बंदे को पता है मैनू कोरोना है तो दूजे के नाम से टैस्ट करा दे तो वो दूजे बंदे की हो जाए, सारे पता लग जाए कि फलां बंदे को कोरोना होया। इस करके आईडी प्रूफ एक आईडी प्रूफ चाहिए होंगे। तुसी अपना वोटर कार्ड ले जाओ, कोई पैन कार्ड ले जाओ, कोई जिहदे एड्रैस लिखा हो, ड्राइविंग लाइसेंस हो, इस तरीके का आधार कार्ड हो। संजीव इन्होंने पूछा हैगा कैन जिम ओपन ऑन सैटरडे। देखो सैटरडे के लिए फिलहाल जो गाइडलाइंस हैं सैटरडे संडे केवल इसेंशियल गुड्स की दुकाना, इसेंशियल दे विच दुध, सब्जी, दवाइयाँ, राशन, किराना ये खुल सकती हैं। तो जिम के बारे क्लैरिटी असी और भी दे देवांगे, लेकिन ये जिम्स वगैरह फिलहाल सैटरडे संडे रेस्ट्रिक्टेड कैटेगरी के विच, मना वाली कैटेगरी के विच रखे हुए हैं। पंकज गुप्ता प्लीज़ पुट कैप ऑन प्राइवेट हॉस्पिटल्स बिल्स फॉर कोविड पेशेंट्स। बिल्कुल पंकज जी, तुहाडी गल बिल्कुल ठीक है। ये सरकार लेवल ते इन्हां दे रेट्स निर्धारित किए हुए हैं। फिलहाल मेरे पास वो रेट लिस्ट नहीं है, लेकिन मैं मोटा मोटा तुहानूं दस दिना। लेवल 1 बैड होंदा है, एक लेवल 2 बैड होंदा है, एक लेवल 3 बैड होंदा। लेवल 1 बैड होंदा है कि नॉर्मल बैड है, जिहड़ा हॉस्पिटलों के आपां हुण तक यूज़ करते रहे सी। एक साल पहला तुसीं मान के चलो लेवल 1 बैड ही आम तौर पर बंदा यूज़ करता सी। लेवल 2 बैड होंदा है जिस बैड के नाल एक ऑक्सीजन भी लगी होंदी है, या तो सिलेंडर ऑक्सीजन का होंदा है या वो पाइप्ड ऑक्सीजन होंदी है, वो लगी होंदी है। लेवल 3 जिसनों कि आपां ICU केयर कहते हैं, एक हॉल दे विच 20-25 बैड लगे होंदे हैं, और नर्सां अपनी उत्थे लाइव उत्थे रहिंदियां एंड वो मॉनीटर वगैरह लगे होंदे हैं। जे लोड़ पैंदी है तो वेंटीलेटर का भी उत्थे अरेंजमेंट होंदा है। तो लेवल 1 के गौरमेंट वालों रेट वक्रे हैं, मैं समझदा शायद 8000 है या 7000 है, इस तरीके का हैगा। लेवल 2 के बैड, लेवल 2 के रेट्स 10000 या 12000 के करीब है। लेवल 3 के 15000 के तकरीबन मैक्सीमम रेट गौरमेंट वालों रखा गया है। उस तो थले ही एंड वो सारे तरीके के टैस्ट टूस्टां के बिल वगैरह रेट्स इंकलूडिड हैं। ये जो रेट की एग्जैक्ट लिस्ट है असी मैं फेसबुक ते DC साहब तो लैके वो पा देंगे, तुसीं उसनूं देख लिओ। एंड उस तो वध कोई जे कोई हॉस्पिटल चार्ज करता है असी उस दे विच हैल्पलाइन नंबर भी देवांगे, तुसीं उस हैल्पलाइन ते दस सकते हो, कंप्लेंट भी कर सकते हो, क्योंकि असी नहीं चाहते कि कोई इस कोरोना के टाइम हॉस्पिटल किसी पब्लिक का मिसयूज़ करे। हॉस्पिटल प्राइवेट साडी हैल्प कर रहे हैं, असी उन्हों का शुक्रिया अदा करते हैं, असी उन्होंने सलूट करते हैं, लेकिन जे इस टाइम ते कोई वध बिल बनाएगा असी उन्हों के खिलाफ एक्शन भी लवांगे। राज मलिक इन्होंने पूछा हैगा प्लीज़ ओपन कोचिंग सेंटर्स फॉर स्टडी। राज जी बिल्कुल मैं दस ही चुकिया, थोड़ा जा वेट करना पएगा अपन कोचिंग सेंटर्स लिए। सुरेश मल्होत्रा इन्होंने पूछा कैन वी ओपन ऑफिस एंड ऑफ आवर फैक्ट्री ऑन सैटरडे एंड संडे। देखो फैक्ट्रीज़ लिए सैटरडे संडे वाला रूल नहीं है, फैक्ट्रियाँ 24 घंटे चल सकती हैं, सैटरडे होवे संडे होवे 7 दिन बिल्कुल चल सकती हैं फैक्ट्रीज़ लिए, क्योंकि फैक्ट्रियाँ करके बंदियां नूं काम मिलता है एंड रोजी रोटी मिलती है, सामान बनता है, वो सारा साइकिल खराब हो जाऊगा। फैक्ट्री का ऑफिस, कोई भी ऑफिस तुसी सैटरडे संडे वो कर सकते हो, वो ये वाला नहीं है। सजेशन है गौरमेंट का कि तुसी स्टे एट होम, जे तुहाडा सरदा है तुसी स्टे एट होम रहो, जिन अदरवाइज फैक्ट्रीज दे इस तरीके की कोई पाबंदी नहीं है। अतुल मल्होत्रा इन्होंने पूछा कि प्लीज़ एक्सप्लेन अबाउट मैरिज फंक्शनस। मैरिज फंक्शनस का देखो गौरमेंट वालों हुण अपने बंदे तो की है ना कि बड़े शातिर होंगे हैं, गौरमेंट कोई रूल बना दे उन्हों का होंदा है कि आप रूल नूं किस तरीके नाल तोड़ना है। मैरिज फंक्शन का ये रखा होया है कि 30 बंदियां तक की मैरिज, जिहड़ा मैरिज का मेन फंक्शन है 30 आदमी अलाउड है, 30 बंदे अलाउड है। रिंग सैरेमनी लिए कोई अलाउड नहीं है, रिंग सैरेमनी नहीं हो सकती, केवल मेन मैरिज फंक्शन लिए है। हुण कई बंदे होंगे रिंग सैरेमनी भी मैरिज का मान लेंगे हैं, कोई जो पुलिस वाले या कोई सिविल डिपार्टमेंट चैक करने जाते कहते अज ही साडी मैरिज हो रही है जी, असी हुणे ही लावां वगैरह करन जा रहे हैं, होके आए हैं, इस तरीके का वो गुमराह करने की कोशिश करते हैं। हुण उस तरीके के माहौल दे विच जे पुलिस ज़्यादा
ਡੂੰਘਾਈ ਨਾਲ ਪੁੱਛਗਿੱਛ ਕਰੇ ਉਸ ਨੂੰ ਵੀ ਠੀਕ ਨਹੀਂ ਸਮਝਿਆ ਜਾਂਦਾ। ਇਸ ਕਰਕੇ ਇਹ ਤਾਂ ਦੇਖੋ ਇਹ ਅਸੀਂ ਤੁਹਾਡੇ ਆਪਣੇ ਫਾਇਦੇ ਲਈ ਕਰ ਰਹੇ ਹਾਂ। ਸਗੋਂ ਪੁਲਿਸ ਜਦੋਂ ਚੈੱਕ ਕਰਨ ਲਈ ਜਾਂਦੀ ਹੈ ਉਹਨਾਂ ਦੀ ਤਾਂ ਆਪਣੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਕਿ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਲੁਧਿਆਣੇ ਦੇ ਵਿੱਚ ਹੁਣ ਤੱਕ 260 ਪੁਲਿਸ ਵਾਲਿਆਂ ਨੂੰ ਕੋਰੋਨਾ ਹੋ ਚੁੱਕਿਆ ਹੈ ਐਂਡ ਅੱਜ ਆਪਣੀ 2000 ਕੇਸਿਸ ਐਕਟਿਵ ਹੈ। 2000 ਐਕਟਿਵਾਂ ਦੇ ਵਿੱਚੋਂ 160 ਤਾਂ ਪੁਲਿਸ ਦੇ ਮੁਲਾਜ਼ਮ ਹੀ ਹੈ। मतलब आप कह सकते हैं कि तकरीबन 8% जो कोरोना है ये पुलिस डिपार्टमेंट दे विच है लुधियाने। रीज़न क्योंकि इंटरैक्शन पुलिस का ज़्यादा है। पुलिस इन्फोर्समेंट ली जाती है, चौक्स से खड़े होकर गड्डियां की चैकिंग करती है, रोकती है। इस करके आपां नूं सारिआं नूं सावधान रहना चाहिए है। अवनीश त्रिपाठी इन्होंने क्या है कि सम पुलिसमैन आर नॉट वेयरिंग मास्क। देखो ਇਹ ਪੁਲਿਸਮੈਨ ਵੀ ਸੁਸਾਇਟੀ ਦਾ ਪਾਰਟ ਹੈ। ਜੇ ਉਹ ਵੀ ਬਿਨਾਂ ਮਾਸਕ ਦੇ ਸਾਨੂੰ ਮਿਲਦੇ ਆ ਅਸੀਂ ਉਹਨਾਂ ਦਾ ਵੀ ਚਲਾਨ ਕਰਦੇ ਹਾਂ। ਕਾਫੀ ਵਾਰੀ ਉਹਨਾਂ ਦਾ ਚਲਾਨ ਕੀਤਾ ਹੈ। ਉਹਨਾਂ ਨੂੰ ਅਸੀਂ ਮੋਟੀਵੇਟ ਵੀ ਕਰਦੇ ਹਾਂ, ਉਹਨਾਂ ਨੂੰ ਬਾਰ-ਬਾਰ ਟ੍ਰੇਨਿੰਗ ਵੀ ਦਿੰਦੇ ਹਾਂ। ਤੇ ਜੇ ਕੋਈ ਪੁਲਿਸ ਦਾ ਮੁਲਾਜ਼ਮ ਬਿਨਾਂ ਮਾਸਕ ਦੇ ਕੋਈ ਜੇ ਡਿਊਟੀ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ। ਉਹਨਾਂ ਨੂੰ ਸਮਝਾਉਂਦੇ ਵੀ ਹਾਂ ਕਿਉਂਕਿ ਇਹ ਕੋਰੋਨਾ ਕੋਈ ਇਹ ਨਹੀਂ ਦੇਖਦਾ ਕਿ ਇਹ ਪੁਲਿਸ ਦਾ ਮੁਲਾਜ਼ਮ ਹੈ ਜਾਂ ਇਹ ਡਾਕਟਰ ਹੈ ਜਾਂ ਇਹ ਕੋਈ ਇੰਜੀਨੀਅਰ ਹੈ, ਉਹ ਤਾਂ ਸਾਰਿਆਂ ਨੂੰ ਇੰਪੈਕਟ ਕਰਦਾ ਹੈ। ਸੰਦੀਪ ਮੱਗੂ ਇਹਨਾਂ ਨੇ लिखा है कि ड्यूरिंग लॉकडाउन हाउ लेबर मूव टू फैक्ट्री और होम। देखो ये जो सैटरडे संडे वाला ये शायद पूछ रहे हैं, सैटरडे संडे जी तुहाडी फैक्ट्री चल रही है उहदे लई मूवमेंट तो कोई वैसे भी सैटरडे एंड संडे मूवमेंट्स से रोक नहीं है। दुकाना जी नॉन इसेंशियल दुकाना है, शॉपिंग मॉल्स हैं वो बंद है। लोगों को एडवाइज़ है कि वो अपने घरों के अंदर रहन, लेकिन जो उन्होंने अपनी फैक्ट्री ऑफिस या कोई इसेंशियल आइटम्स खरीदन ਲਈ जाना होवे वो जा सकते हैं। कनव चावला इन्होंने पूछा है कि प्लीज़ अपडेट ऑन वैडिंग एंड फैमिली फंक्शन। से मैं तुहानूं दस ही चुकिया हाँ कि वैडिंग्स जोड़े मैरिज के 30 बंदे अलाउड हैं तो बाकी जिन्हें भी सोशल रिलीजियस पॉलिटिकल किसी भी तरीके का जो इकट्ठ है उस इकट्ठ के विच केवल 5 बंदे ही हो सकते हैं। 144 धारा लगी हुई है। 5 बंदियों तो जो वध आप इकट्ठे होंगे हैं तो वो जो है वो कोरोना की गाइडलाइनस की वायलेशन है। असी उन्होंने खिलाफ FIR भी दर्ज करते हैं, उन्होंने पासपोर्ट भी कैंसिल होंदा है, उन्होंने असला लाइसेंस जो आम लाइसेंस है वो भी कैंसिल होंदा है। उन्होंने बंदियां फिर जे बाहर जाने के चाहवान होण उन्होंने PCC पुलिस क्लीयरेंस सर्टिफिकेट भी नहीं मिलता, उन्होंने लाइफ गधी गेट च पै जाती है। मतलब उन्होंने मुश्किल हो जाता काम। एंड मैं समझ सकता कि अवॉइडेबल चीज़ है। आप इकट्ठा हो आप रश करना ही क्यों किसी चीज़ का। जे तो तुसी कोई करोड़ 2 करोड़ की लॉटरी निकली है फिर तो तुसी खुशी मनाओ जी कि जी मेरी लॉटरी निकली है। जस्ट वैसे ही तुसी केवल अपने कोई बर्थडे मनाने लिए कोई इकट्ठा हो रहा है कोई उस तरीके ना, इसनों आप थोड़े दिन अवॉइड कर लिए। 2 महीने की गल है। रजत सिंह इन्होंने क्या है कि आई गॉट माई कोविड टेस्ट ऑन 11/8 बट रिपोर्ट इज स्टिल पेंडिंग, व्हाट शुड वी डू। देखो ये जी रिपोर्ट है कोविड टेस्ट की ये विदिन 24 आवर्स आ जानी चाहिए है। वध तो वध कई बार कोई टैक्नीकल कोई सैटरडे संडे आ गया तो 48 घंटे लग जाते हैं। तो जिथे तुसी मैनू नहीं पता कितने तुसी कराया है, लेकिन साडी फेसबुक ते तुसी देखोगे एक हैल्पलाइन नंबर्स दिते हुए हैं DC ऑफिस के, तुसी उन्होंने कॉन्टैक्ट कर लो, तुहानूं दस देणगे कि तुहाडी रिपोर्ट आ गई होनी है। कई बार हुंदा है कि जो रिपोर्ट आती है वो तुहानूं एक SMS जाता है, वो SMS दे विच ना खराबी आ गई होवे तुहानूं इह ना लग रहा होवे, अदरवाइज रिपोर्ट मैं 100% श्योर हाँ कि यह विदिन 48 आवर्स आ जाती है। नवनीत सूरी इन्होंने क्या हैगा कि देयर इज स्टिल फीयर इन पब्लिक दैट कि जे वो हॉस्पिटल गई पब्लिक तो वो वापस नहीं आएगी। देखो इस तरीके का तो कुछ डर नहीं है। ये पब्लिक नूं इस तरीके का डरन की लोड़ नहीं कि जे कोरोना हो गया तो जे हॉस्पिटल चले गए तो वापस नहीं आएंगे। मैं तुहानूं दसना चाहांगा कि 90% 80% तो होम आइसोलेशन की पॉलिसी है कि जोड़े बंदे इन्हूं कोई सिम्पटम्स नहीं है वो अपने घरों के अंदर ही रहेंगे। जोड़े हॉस्पिटल इस करके रखा जाता है कि जे बंदे नूं ऑक्सीजन की लोड़ है। हुण जिद्दां मैं पहला भी कहा सीगा कि सपोज आप गड्डी 'च जा रहे हैं, टायर दे विच हवा घट गई तो कि आप जे गड्डी चलावांगे टायर खराब हो जाऊगा। जे आप माड़ी जी हवा किसी पेट्रोल पंप पर जाके हवा पवा ली वो गड्डी बिल्कुल नवी बन गई दोबारा।
इसी तरीके नाल जे आपां नूं कोई कोरोना डॉक्टर ने देखना है कि बई जे आपां नूं कोई ऑक्सीजन की लोड़ है, उन्हें 2-3 दिन 4 दिन हॉस्पिटल रखना है। ऑक्सीजन की लोड़ है, आपां नूं ऑक्सीजन दे देनी है, 2-3 दिन दे विच अपनी बॉडी ने रिकवर कर जाना है, उन्होंने होम आइसोलेट कर देना है। तो जे आपां उस चीज़ नूं लापरवाही करांगे, वो बॉडी लोड लेगी, बॉडी थकूगी एंड डबल काम करना पेगा बॉडी के ऑर्गनस नूं, वो फिर ज़्यादा लूप बन जाता है। इस करके आपां डॉक्टर्स के हिसाब नाल चलना है। एंड मैं जिद्दां अपने 260 पुलिस मुलाजिम सीगे जिहड़े हुण तक कोरोना जिन्हां नूं होया, 100 अपने बिल्कुल ठीक होके वापस आ गए, 160 हले पॉजिटिव है। इन्हां दा भी एक सर्किल हुंदा है कि जदों कोई कोरोना हो जाए तो वो 14-15 दिन लगी जाते हैं, वो उन्हां दे विच है, किसी नूं 10 दिन हो गए, किसी नूं 8 दिन होए, वो लगभग सारे रूटीन दे विच आए जा रहे हैं। लेकिन जिहड़ा बंदा प्रिकॉशनस नहीं लवेगा वो फिर ट्रैप हो जाता है। इस करके प्रिकॉशनस लेनी जरूरी है। मुकुल ऑल इन्हां ने पूछा हैगा, इन लुधियाना वी आर एट ए स्टेज कि केसेस काफ़ी बढ़ रहे हैं डे बाई डे, आपां नूं लॉकडाउन करना चाहिए। देखो मुकुल जी, वो लॉकडाउन तो मैं तुहानूं पहले ही दस चुकिया कि ये कोई सॉल्यूशन नहीं है। सॉल्यूशन इहदा जो है वो प्रिकॉशन ही है। आपां नूं प्रिकॉशनस लैणियां पैणगियां। लॉकडाउन तो यह है कि जे सपोज सारे ही बंदे अनपढ़ अपने बन जान कि आपां मन्नी नहीं कोई गल, फिर हुंदा है कि लॉकडाउन करना है। गौरव भाटिया इन्होंने पूछा है कि इफ़ एनी परसन अलोन सिट ऑन हिज शॉप, यानी कि जे बंदा कोई अकेला अपनी दुकान पर बैठा है या अकेला गड्डी दे विच जा रहा है कि उन्होंने मास्क लगाना जरूरी है। तुसी आप ही दसो कि नुकसान की है जे मास्क लगा भी लवांगे। मैं भी तो ऑफिस अद्धे टाइम तो मैं अकेला ही बैठा हुन्ना, फिर क्योंकि हुंदा की है, सपोज कोई बंदा मिल के गया ऑफिस दे विच, उहदी हवा थोड़ी बहुत देर तो रहिंदी है, तो जे आपां मास्क बाद दे विच उतार भी लिया, हो सकता है कि इन्फेक्शन कर देवे। तो आपां मास्क कोई इस तरीके का हुआ तो है नहीं कि जी आपां जी कि जे मास्क लगा लिया तो जी कोई दम घुट गया, कोई अस्थमा हो गया, कोई इस तरीके का। हुण तो सारिਆਂ ਨੂੰ अपनी आदत हुण तक तो पै जानी चाहिए है। इस करके इस तरीके के क्वेश्चन तो तुहाडे दिमाग 'च नहीं आना चाहिए। तुसीं तो ये कहो कि जी मास्क आपां घर के अंदर भी लगा के रखना, हालांकि घर के अंदर तो चलो अपनी तुहाडी अपनी फैमिली के नाल ही हुंदा है, ते बाहर जदों भी निकलो हमेशा मास्क लगा के रखो। अशनूर सिंह कोचर इन्होंने क्या हैगा कि मैं सिविल हॉस्पिटल गया सी एंड उत्थे पार्किंग वाला बंदा पार्किंग जोड़े स्लिप्स दे रहा सी, उन्हें मास्क नहीं पाया हुआ सी। देखो ये तो बड़ी सीरीयस गल है, जे सिविल हॉस्पिटल दे बंदे कोई इस तरीके का पार्किंग तो बिना मास्क दे हैं तो असीं उन्होंने गाइड करांगे। भुपिंदर पाल इन्होंने लिखा हैगा कि कुछ बंदे सड़कों ते गुटखा खा के थूक दे, उन्हां दे उपर लगाम लगाई जाए। बिल्कुल तुहाडा असीं ये तो बैन है वैसे भी गुटखा किसी पब्लिक प्लेस पे कोई तंबाकू वगैरह खाना, इसमें असीं चैक कर लवांगे। रविंदर विज इन्होंने काफ़ी सारे सजेशंस दिते हैं, अच्छे सजेशन है रविंदर जी तुहाडे, असीं इन्हां देखांगे कि किस किस सजेशन नूं असीं फॉलो कर सकते हैं। मैडम ढिल्लों इन्होंने लिखा हैगा कि हाउ लॉन्ग कोरोना वायरस विल रिमेन, इट इज़ वेरी डिफिकल्ट फॉर एल्डर्स टू रिमेन विदाउट मेड फॉर सच ए लॉन्ग टाइम। इन्होंने क्या है कि यानी कि एल्डर्स नूं बिना मेड्स की प्रॉब्लम हो रही है, कदों तक ये कोरोना रहूगा। देखो ये तो किसी को नहीं पता कदों तक रहेगा, लेकिन तुसी मेड्स नूं प्रिकॉशनस दे लैके बुला सकते हो, उन्हां दी भी रोजी रोटी है एंड तुहाडी भी प्रॉब्लम आ रही है, तुसी मेड्स नूं देख लो, उन्हां नूं गाइड कर दो कि जे टैंपरेचर है तो फिर नहीं आना, क्योंकि ये तो हुण कोरोना दे नाल रहण दी आपां नूं आदत पानी पेगी। एंड उन्होंने प्रिकॉशनस रखने की कहो, जदों भी वो आते हैं हैंड वगैरह वॉश करके रखन, अपना घर दे विच भी जदों वापस जाते हैं तो किसी आलतू फालतू के बंदियां नाल मेल मिलाप ना रखन। पवन कुमार इन्होंने क्या है कि प्लीज़ इंक्रीज डोर टू डोर टेस्टिंग। देखो पवन जी, डिस्ट्रिक्ट एडमिनिस्ट्रेशन की पहला कैपेसिटी पहला तो आज महीने पहले तो 1200 टेस्ट डेली के होंगे सी, आज के दिन तकरीबन 2500 टेस्ट कोरोना का डेली का हो रहा है। एंड इसनूं डिस्ट्रिक्ट एडमिनिस्ट्रेशन बड़ी छेती ही, मेरी आज ही DC साहब और सिविल सर्जन साहब नाल गल हो रही सी, 5500 तक वो इस हफ्ते दे विच ही लैके चले जावांगे, तो काफ़ी कैपेसिटी इंक्रीज़ की जा रही है। पुखराज सिंह मक्कड़ इन्होंने क्या है कि सर लुधियाना सिटी हैज़ मोर ट्रैफिक दैन एवर विद ऑनगोइंग प्रोजेक्ट्स, मैनी ए टाइम ट्रैफिक इज़ डाइवर्टेड टू सिंगल लेन। ट्रैफिक की प्रॉब्लम हो रही है। पुखराज जी असीं तुहाडी गल नोट कर ली। वरुण थापर
इन्होंने क्या है कि फूड डिलीवरी वाले कुछ बंदे हैं जो कि लेट रात तक करफ्यू तो बाद भी डिलीवरी करते हैं, असी इन्होंने चैक कर ला लोड पई तो असी वी विल इशू चलान्स टू दैम। अंकुर गुप्ता इन्होंने क्या है कि ऑन वीकेंड एवरीथिंग शुड रिमेन शट। देखो एसेंशियल गुड्स नू असी रखा है खोलण लई, बाकी जे कोई एसेंशियल वाला भी बंदा वॉलंटरीली शट करना चाहता है तो वो अपना कर सकते हैं। मोहित आहूजा इन्होंने क्या है इंक्रीज टेस्टिंग इन द सिटी, मैं तुहानू दस ही चुकिया हाँ। भावल ढींगरा इन्होंने क्या है कि लोकल थीव्स आर वेरी एक्टिव इन सिविल लाइन एरिया, प्लीज़ प्रोवाइड PCR सब मोटरसाइकिल्स ਨੀਅਰ ਸ਼ਾਪਕੀਪਰਸ। ਇਹ ਠੀਕ ਹੈ ਬਾਵਲ ਜੀ, तो ਅਸੀਂ ਗੱਲ ਤੁਹਾਡੀ ਨੋਟ ਕਰ ਲਈ ਹੈ। PCR ਨੂੰ ਅਸੀਂ ਹਿਦਾਇਤ ਦੇ ਦੇਵਾਂਗੇ ਆਪਣੀ ਗਸ਼ਤ ਉਸ ਏਰੀਆ ਦੇ ਵਿੱਚ ਵਧਾ। ਮੱਕਰ ਤੇਜਿੰਦਰ ਸਿੰਘ ਇਹਨਾਂ ਨੇ ਕਿਹਾ ਹੈਗਾ ਕਿ ਸਰ ਯੂ ਆਰ ਓਪਨਿੰਗ ਨਿਊ ਬੈਡ ਇਨ ਪ੍ਰਾਈਵੇਟ ਫॉर कोविड पेशेंट्स बट वाई डोंट यू अपग्रेड योर सिविल हॉस्पिटल विद वेंटिलेटर बैड्स और ऑक्सीजन बैड्स। देखो तेजिंदर सिंह जी, असी जितों भी सानू हैल्प मिल रही है असी लै रहे हैं, भावें वो गौरमेंट सैक्टर्स की होवे प्राइवेट की होवे। प्राइवेट हॉस्पिटल मैं तुहानू पहलां दस्सिया सी 1 महीने पहलां तकरीबन 100 के करीब बैड्स कोरोना लई लुधियाने दे विच सीगे। अज की डेट 1000 के करीब बैड प्राइवेट सैक्टर के अवेलेबल हैं। असी 1000 नू भी कोशिश करके इसनू 2000 तक लैके जाना है। गौरमेंट के बैड्स तकरीबन टोटल 2000 बैड्स कोरोना लई हैं। उन्होंने विच जिहड़े ऑक्सीजन वाले बैड्स हैं वो भी काफ़ी सारे सीगे, 750 के करीब ऑक्सीजन वाले बैड्स हैं एंड वेंटिलेटर वाले 15 हैं। असी पूरी साडी कोशिश है कि सारे रल मिल के इन्हां बैड्स नू इंक्रीज़ किया जाए एंड जिन्ना कि मैक्सीमम पॉसीबल हो सकता है असी बिल्कुल लैके जावांगे। मिंकू कंडा इन्होंने लिखा है कि आई एम 37 ईयर ओल्ड, आई सफ़र्ड फ्रॉम अस्थमा प्रॉब्लम फ्रॉम माई चाइल्ड एज, व्हाट कैन आई डू फॉर COVID-19 प्रिकॉशन, प्लीज़ टेल मी मेडिसिन। देखो मिंकू कंडा जी, ये कोई मेडिसिन तो है नहीं, मेडिसिन तो यही है कि तुसी अपने घर एंड तुहानू क्योंकि अस्थमा है। देखो एक चीज़ और मैं दसना चाहांगा कि जिहड़े बंदियां नू कोई पुरानी बीमारी है जिसनू कि आपां कोमॉर्बिडिटी कहते हैं, कोमॉर्बिडिटी कंडीशन होंदी है कि जिन्होंने कोई पुरानी बीमारी है, खासकर ये अस्थमा कोरोना लई जिहड़ी बीमारियां डेंजरस हैं, एक तो अस्थमा हो गई जिहदे करके साडे भी अपने ACP साहब अनिल कोहली जी उन्होंने लाइट जा इस तरीके का अस्थमा सी, उन्होंने हालांकि आप तो नहीं पता लग्या, हुण बाद च सानू लगदा। अस्थमा, TB, अस्थमा का ही रूप है TB, बड़ा रूप है TB। शुगर का भी बंदे नू पता नहीं चलता आप, अस्थमा, TB, शुगर, किडनी, लिवर, कार्डियक, ये 5-6 मोटी मोटी बीमारियां हैं जिहड़े बंदे नू होवे वो तो बिल्कुल 2 महीने लिए अपने कमरे नू ताला बाहरों लगवा दे कि मैं ना किसी नू मिलना है ना ही किसी नू मिलन देना है, क्योंकि ये जिहड़ी कोमॉर्बिड बीमारियां वाले बंदे होंदे हैं इन्हां नू ये बीमारी जे हो जाती है, इन्हां नू खतरा नॉर्मल बंदे नालों 10 गुना आप कह सकते हैं ज़्यादा होंदा है। नॉर्मल बंदा जल्दी रिकवर कर लेंदा है, कोमॉर्बिडिटी करके ये उन्होंने भी एग्रीवेट कर दिंदी हैं। कोरोना नाल डैथ नहीं होगी, लेकिन कोरोना हो गया तो लिवर जो किसी बंदे का खराब है उसका क्रिएटिन लेवल काफ़ी बढ़ जाता है। कुलदीप आहूजा इन्होंने लिखा है कि सर एक्शन इज़ नीडेड नॉट अपील। देखो एक्शन और अपील दोनों का ही अपना अपना काम है। एक्शन की जे आप गल करिए 56,000 चलान विदाउट मास्क के असी हुण तक लुधियाने दे विच कर चुके हैं। 2.5 करोड़ तो वध 2.5 करोड़ तो वध दा असी फाइन लैके हैल्थ डिपार्टमेंट के अकाउंट दे विच जमा करा चुके हैं। हज़ार तो वध असी FIR वायलेशनस दियाँ दर्ज कर चुके हैं। तो साडी एक्शन भी चल रहा है एंड अपील का अपना है, क्योंकि कई बंदे होंदे हैं जिन्होंने केवल एक जस्ट होंदा है, वो 10 जो उन्होंने आप थोड़ा टोक दईए वो समझ जाते हैं। गुरप्रीत सिंह भंबर इन्होंने क्या है कि
इज़ देयर लॉकडाउन ऑन सैटरडे एंड संडे? बिल्कुल लॉकडाउन है सैटरडे संडे, मैं दस ही चुकिया। किहड़ी चीज़ां खुलियां रहणगियां वो भी मैं दस चुकिया। गुरप्रीत सिंह खालसा, हरप्रीत सिंह खालसा, इन्होंने लिखा हैगा इज़ ऑफिसिज और बैंक्स ओपन ऑन सैटरडे? ऑफिसिज एंड बैंक्स ओपन हो सकते हैं सैटरडे संडे, ओपन करना चाहते हैं, उन्होंने अपनी विलिंगनेस है। हरसिमरन सिंह रिखी, इन्होंने कहा है कि सर स्कूल कॉलेजेस कदों तक खुलणगे? थोड़ा जिहा हले वेट करो, देखो ये महामारी अपने पीक ते चल रही है। काफ़ी सारे क्योंकि असी कोई भी नहीं चाहता कि बच्चे इस बीमारी नाल किसी भी तरीके का उन्होंने फर्क पवे, इस करके थोड़ा जिहा सानू थोड़ा जिहा कोई एक्शन रहना चाहिए। गोल्डी भगत, इन्होंने क्या हैगा कि व्हाट इफ़ आई एम कमिंग फ्रॉम अनदर डिस्ट्रिक्ट टू लुधियाना एंड गॉट लेट आफ्टर 9 PM, कैन आई कम और वुड आई बी चलान? देखो अपने टाइम सिर जो गवर्नमेंट ने बनाया है उस हिसाब नाल तुसी आने की कोशिश कराया करो, लेकिन फिर भी जे तुहाडी कोई मजबूरी है असीं उसनूं ध्यान रखांगे। गौरव गुप्ता, स्टॉप ऑल पॉलिटिकल गैदरिंग एट लीस्ट। देखो ये तो असी इस लेवल ते भी गाइडलाइंस जारी कीतियां हैं एंड रिक्वेस्ट भी की गई है कि सारे नूं कि आपां नूं महीने 2 महीने लिए अपनी जिस तरीके की भी कोई एजिटेशन है उन्होंने पोस्टपोन कर देना चाहिए है। एंड मेरी दोबारा भी यही अपील है साਰਿਆਂ ਨੂੰ कि जे कोई DC ऑफिस या किसी ਨੂੰ ਮੈਮੋਰੰਡਮ देना होवे ईमेल ਦੇ ਰਾਹੀਂ ਆਪਾਂ ਦੇ ਸਕਦੇ हैं, शिकायती बॉक्से बनाए हुए हैं ਉਹਨਾਂ ਦੇ ਰਾਹੀਂ ਦੇ ਸਕਦੇ हैं, या 2 ਬੰਦੇ आके कोई ਮੈਮੋਰੰਡਮ दे सकते हैं। किसी भी तरीके का इकट्ठ करके पब्लिक की जो हैल्थ है उसनू खतरे दे विच ना पाया जाए। गौरव कुमार, इन्होंने लिखा है कि सैटरडे संडे असी एक सिटी तो दूजे सिटी जा सकते हैं। देखो टैक्नीकली तुसी जा सकते हो, लेकिन जो अपील है स्टे एट होम वो तुसी जरूर ध्यान रखो, क्योंकि ये जे आप हरेक बंदा सोचेगा कि मेरी तो इसेंशियल मेरी तो ट्रैवल बड़ी इसेंशियल है, फिर कोई अपन सख्त एक्शन लेना पएगा। इस करके वॉलंटरी जो काम हो जाए अपनी इच्छा के हिसाब नाल हो जाए वो सब तो वधिया हुंदा है। विपिन विनायक, इन्होंने लिखा है कि सर देयर इज़ ए ह्यूज रश क्रिएटेड बाई रेडी फड़ी सब्जी वालाज ऑन मेन नूर वाला रोड, इसनों असी चैक कर लवांगे। हनी जुनेजा, इन्होंने लिखा है कि इट इज़ रिक्वेस्टेड दैट कोचिंग इंस्टीट्यूट शुड बी ओपन so that we young unemployed section we can get a permanent job. Weddings can happen, religious places can open, flights can go, why no coaching center? देखो कोचिंग्स ਦਾ ऑप्शन है, कोचिंग्स ਦੇ ਤੁਸੀਂ ऑनलाइन कोचिंग दे सकते हो एंड ਜਿਹੜੇ कोचिंग सेंटर्स ਦੇ ਵਿੱਚ ਤੁਹਾਡੇ ਬੱਚੇ ਆਉਣਗੇ ਛੋਟੀ ਏਜ ਦੇ ਉਹਨਾਂ ਨੂੰ ਵੀ ਖਤਰਾ ਹੁੰਦਾ ਹੈ। स्कूल कॉलेजेस तो सारे बंद हैं, कोई एग्जाम्स वगैरह भी प्रॉपरली हले कोई नहीं हो रहे, लेकिन ये चीज़ अंडर कंसीडरेशन है एंड तुसी अपना दिल ना छड्डो। ये लड़ाई आप सारिਆਂ ने मिल के जितनी है, कोई एक किसी दी कोई सरकार दी या किसी दी ये नहीं है कि किसी एक पर्टिकुलर सैक्शन को इकोनॉमिकली डाउन किया जाए। ये तो जस्ट ये अपने सारिਆਂ ਦੀ सहयोग के हिसाब नाल ही आप लड़ाई नूं जित पावांगे। वरुण गुप्ता, इन्होंने पूछा है कि बेकरी शॉप्स सैटरडे ਨੂੰ खुल सकती हैं। देखो बेकरी वगैरह शॉप्स तो बिना तो अपना काम चल सकता है, बेकरी वगैरह इसेंशियल्स ਦੇ ਵਿੱਚ ਅਸੀਂ नहीं पाइया हुई हैं। ਇਹ काफ़ी सारिਆਂ ने लिखा होया, कुलदीप सिंह कनूर, मनदीप सिंह धालीवाल, इन्होंने भी कुलदीप सिंह कनूर इन्होंने भी कोचिंग का ही किया होया है। एंड मनदीप सिंह धालीवाल इन्होंने क्या होया कि कंप्लीट लॉकडाउन फॉर 21 डेज़। देखो मनदीप जी हले उस चीज़ से अपन नहीं जा रहे। कोचिंग सेंटर्स के काफ़ी सारे क्वेश्चनस तुसी सारिਆਂ ने इकट्ठे लिख के भेजे हैं। संजीव सिंगला, इन्होंने सारिਆਂ ने कोचिंग सेंटर्स का लिखा है। संजीव सिंगला पूरा पेज कोचिंग सेंटर्स का है। विजय टक्कर, इन्होंने लिखा है कि प्लीज़ अलाउ टू डू स्मॉल डिवोशनल फंक्शन, यानी कि धार्मिक समागम करने की इजाज़त। देखो विजय जी हले आप रुक जाइए, धार्मिक तुसी अकेले पूरे दिन तुसी मैडिटेशन करो एंड मैडिटेशन का फायदा होंदा है, लेकिन ग्रुप दे विच हले आपां नूं थोड़ा जिहा वेट करना चाहिए, क्योंकि जदों आपां ग्रुप दे विच किते भी इकट्ठे होकर ज़्यादा देर लिए बैठते हैं एंड उहदा फिर यह नुकसान हो सकता है। तो ये काफ़ी सारे क्वेश्चनस अपन आ रहे हैं
ਅਸੀਂ ਉਹਨਾਂ ਦਾ ਬਾਅਦ ਦੇ ਵਿੱਚ ਤੁਹਾਡੇ ਜਵਾਬ ਦੇ ਦੇਵਾਂਗੇ। ਦੀਪਕ ਕੌਸ਼ਿਕ ਇਹਨਾਂ ਨੇ ਲਿਖਿਆ ਕਿ ਪ੍ਰੋਸੀਜਰ ਟੂ ਗੋ ਆਊਟ ਆਫ ਸਟੇਟ। ਦੇਖੋ ਦੀਪਕ ਜੀ, ਆਊਟ ਆਫ ਸਟੇਟ ਜਾਣ ਲਈ ਕੋਈ ਮਨਾਹੀ ਨਹੀਂ ਹੈ, ਕੋਈ ਪਰਮਿਸ਼ਨ ਨਹੀਂ ਚਾਹੀਦੀ ਹੁੰਦੀ। ਤੁਸੀਂ ਬਾਹਰ ਜਾਣਾ ਹੈ, ਕਿਸੇ ਵੀ ਸਟੇਟ 'ਚ ਜਾਣਾ ਹੈ, ਤੁਸੀਂ ਜਾ ਸਕਦੇ ਹੋ। ਬੱਸਾਂ ਚੱਲ ਰਹੀਆਂ, ਟ੍ਰੇਨਸ ਚੱਲ ਰਹੀਆਂ, ਤੁਸੀਂ ਆਪਣੀ ਗੱਡੀ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਬਾਹਰੋਂ ਆ ਰਹਾ ਹੋਵੇ ਪੰਜਾਬ ਦੇ ਵਿੱਚ, ਉਹਦੇ ਲਈ ਕੋਵਾ ਐਪ ਹੈ। ਉਹ ਕੋਵਾ ਐਪ ਦੇ ਉੱਪਰ ਤੁਸੀਂ ਰਜਿਸਟ੍ਰੇਸ਼ਨ, ਸੈਲਫ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ ਐਂਡ ਉਹ ਸੈਲਫ ਰਜਿਸਟ੍ਰੇਸ਼ਨ ਕਰਾ ਕੇ ਤੁਸੀਂ ਆ ਸਕਦੇ ਹੋ। ਜੇ ਤੁਸੀਂ ਵਿਦਿਨ 72 ਆਵਰਸ ਵਾਪਸ ਚਲੇ ਜਾਣਾ ਹੈ ਤੇ ਤੁਹਾਡੀ ਕੋਈ ਚੈਕਿੰਗ ਨਹੀਂ ਹੁੰਦੀ। ਜੇ ਤੁਸੀਂ 72 ਘੰਟੇ ਤੋਂ ਵੱਧ ਰਹਿਣਾ ਹੈ ਫਿਰ ਤੁਸੀਂ 14 ਦਿਨ ਲਈ ਹੋਮ ਕੁਆਰੰਟਾਈਨ ਹੋ ਕੇ ਰਹਿਣਾ ਹੁੰਦਾ ਹੈ ਐਂਡ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਇਹ ਸਾਰੀ ਚੀਜ਼ਾਂ ਸੀਗੀਆਂ। ਹੁਣ ਇੱਕ ਦੋ ਚੀਜ਼ਾਂ ਜੋ ਪਬਲਿਕ ਸਾਨੂੰ ਪੁੱਛਦੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਇੱਕ ਤਾਂ ਉਹ ਪੁੱਛਦੀ ਹੈ ਕਿ ਅਸੀਂ ਕੋਰੋਨਾ ਦੀ ਸੰਬੰਧ ਦੇ ਵਿੱਚ ਕੋਈ ਵਾਇਲੇਸ਼ਨ ਦੀ ਕੰਪਲੇਂਟ ਕਰਨੀ ਹੋਵੇ ਤਾਂ ਕਿੱਥੇ ਦੇ ਸਕਦੇ ਹਾਂ। ਉਹਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਇਹ ਕੋਰੋਨਾ ਦੀ ਜੇ ਕੋਈ ਵਾਇਲੇਸ਼ਨ ਹੋ ਰਹੀ ਹੈ ਤੇ ਇਹਦੇ ਲਈ ਸਾਡਾ ਇੱਕ ਇਹ WhatsApp ਨੰਬਰ ਹੈ 9115601159। ਇਹ 9115561159 ਇਹ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ। ਉਸ ਦਾ ਕੋਰੋਨਾ ਦੇ ਸੰਬੰਧ ਦੇ ਵਿੱਚ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ, ਕੋਈ ਸੋਸ਼ਲ ਗੈਦਰਿੰਗ ਦੀ ਵਾਇਲੇਸ਼ਨ ਹੋ ਰਹੀ ਹੈ, ਮਾਸਕ ਤੋਂ ਬਿਨਾਂ ਕੋਈ ਘੁੰਮ ਰਿਹਾ ਹੈ, ਕੋਈ ਸ਼ਾਦੀ ਹੋ ਰਹੀ ਹੈ, ਕੋਈ ਇਸ ਤਰੀਕੇ ਦੀ ਜਿੱਥੇ ਜ਼ਿਆਦਾ ਗੈਦਰਿੰਗ ਹੈ ਜਾਂ ਕੋਈ ਔਰ ਅਲਾउड ਨਹੀਂ ਹੈ ਕੋਈ ਐਕਟੀਵਿਟੀ, ਉਹ ਕਾफ़ी ਸਾਰੀ ਕੰਪਲੇਂਟ ਸਾਨੂੰ ਆਉਂਦੀਆਂ, ਅਸੀਂ ਇਮੀਡੀਏਟਲੀ ਲੈਂਦੇ ਹਾਂ। ਇਸ ਤੋਂ ਇਲਾਵਾ ਇੱਕ ਅਸੀਂ ਕੋਰੋਨਾ ਕੇਅਰ ਕਿੱਟ ਪੁਲਿਸ ਮੁਲਾਜ਼ਮ ਜਿਹੜੇ ਹੁੰਦੇ ਆ ਉਹਨਾਂ ਨੂੰ ਦਿੰਦੇ ਆ। ਕੋਰੋਨਾ ਕੇਅਰ ਕਿੱਟ ਅਸੀਂ DMC ਦੇ ਡਾਕਟਰਸ ਤੋਂ ਪੁੱਛ ਕੇ ਬਣਵਾਈ ਸੀਗੀ। ਉਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬੰਦਿਆਂ ਨੂੰ ਹੋਮ ਆਈਸੋਲੇਟ ਕੀਤਾ ਜਾਂਦਾ, ਜਿਨ੍ਹਾਂ ਨੂੰ ਕੋਈ ਸਿੰਪਟਮਸ ਨਹੀਂ ਹੁੰਦੇ, ਉਹਨਾਂ ਨੂੰ ਇੱਕ ਤਾਂ ਪਲਸ ਆਕਸੀਮੀਟਰ ਹੁੰਦਾ ਉਸ ਕੋਰੋਨਾ ਕੇਅਰ ਕਿੱਟ ਦੇ ਵਿੱਚ। ਪਲਸ ਆਕਸੀਮੀਟਰ ਹੁੰਦਾ, ਇੱਕ ਥਰਮਾਮੀਟਰ ਹੁੰਦਾ ਹੈ, ਇੱਕ ਸਟੀਮਰ ਵਗੈਰਾ ਹੁੰਦਾ ਹੈ, ਸਟੀਮ ਲੈਣ ਲਈ। ਸੈਨੀਟਾਈਜ਼ਰਸ, ਜਿੱਦਾਂ ਇਹ ਸੈਨੀਟਾਈਜ਼ਰ ਇਸ ਤਰੀਕੇ ਦੇ ਹੁੰਦੇ ਆ ਸੈਨੀਟਾਈਜ਼ਰ। ਕੁਛ ਵਿਟਾਮਿਨ ਸੀ ਦੀ ਕੁਛ ਟੈਬਲੇਟਸ ਹੁੰਦੀਆਂ, ਵਿਟਾਮਿਨ D ਦੀ ਹੁੰਦੀਆਂ, ਜਿੰਕ ਦੀ ਟੈਬਲੇਟਸ ਹੁੰਦੀਆਂ, ਗਿਲੋਏ ਦੀ ਟੈਬਲੇਟਸ ਹੁੰਦੀ ਹੈ। ਟੌਪਸਿਡ, ਐਸੀਡਿਟੀ ਹੋ ਜਾਂਦੀ ਹੈ ਬੈਠੇ ਬੈਠੇ, ਉਹਦੇ ਲਈ ਟੌਪਸਿਡ ਦੀ ਟੈਬਲੇਟ ਹੁੰਦੀ ਹੈ। ਕਾੜਾ ਹੁੰਦਾ ਹੈ, ਇੱਕ ਇਮਿਊਨਿਟੀ ਪਲੱਸ ਕਾੜਾ ਹੈਗਾ, ਉਹ ਹੁੰਦਾ ਹੈ। ਡੋਲੋ, ਜੇ ਬੁਖਾਰ ਵਗੈਰਾ ਹੋ ਜਾਂਦਾ ਹੈ ਉਹਦੇ ਲਈ ਡੋਲੋ ਦੀ ਟੈਬਲੇਟਸ ਹੁੰਦੀਆਂ। ਮਲਟੀ ਵਿਟਾਮਿਨ ਸੁਪਰਾਡਾਈਨ ਵਗੈਰਾ ਦੀ ਟੈਬਲੇਟ ਹੁੰਦੀ ਹੈ। ਕਫ ਸੀਰਪ LX ਹੁੰਦਾ ਹੈ। ਬੀਟਾਡਾਈਨ ਦੇ ਗਾਰਗਲਸ ਹੁੰਦੇ ਹੈ। ਸੈਟਰੀਜਨ ਵੀ ਹੁੰਦੀ ਹੈ ਕਿ ਬਾਈ ਚਾਂਸ ਜੇ ਖੰਘ ਜਾਂ ਕੋਈ ਜ਼ੁਕਾਮ ਟਾਈਪ ਦਾ ਹੋਵੇ, ਸੈਟਰੀਜਨ ਦੀ ਟੈਬਲੇਟ ਹੁੰਦੀ ਹੈ। ਫੇਸ ਮਾਸਕ ਐਂਡ ਬੈਲੂਨ, ਤੁਲਸੀ ਲੀਵਸ ਵਗੈਰਾ ਹੁੰਦੀ ਹੈ। ਇਹ 18 ਦੇ ਕਰੀਬ ਆਈਟਮਸ ਹੁੰਦੇ ਹੈ ਜਿਨ੍ਹਾਂ ਦੀ ਕਿ ਅਸੀਂ ਆਪਣੇ ਮੁਲਾਜ਼ਮਾਂ ਨੂੰ ਤਾਂ ਫ੍ਰੀ ਆਫ ਕਾਸਟ ਅਸੀਂ ਆਪਣੇ ਵੈਲਫੇਅਰ ਦੇ ਥਰੂ, ਪੁਲਿਸ ਦੇ ਵੈਲਫੇਅਰ ਦੇ ਥਰੂ ਦਿੰਦੇ ਹਾਂ। ਪਬਲਿਕ ਨੇ ਵੀ ਸਾਨੂੰ ਅਪਰੋਚ ਕੀਤਾ ਸੀ ਕਿ ਅਸੀਂ ਵੀ ਜੇ ਖਰੀਦਣੀ ਹੋਵੇ ਤੇ ਉਹਨਾਂ ਦੇ ਲਈ ਅਸੀਂ ਫਿਰ ਡਿਸਕਾਊਂਟਡ ਰੇਟਸ ਤੇ ਬਾਜ਼ਾਰੋਂ ਲੈ ਕੇ ਕਿਟਸ ਬਣਵਾਈਆਂ। ਪੁਲਿਸ ਲਾਈਨ ਦੇ ਵਿੱਚ ਸਾਡੀ ਕੈਂਟੀਨ ਹੈ, ਅਸੀਂ ਉੱਥੇ ਰੱਖੀਆਂ। ਤੇ ਕੋਈ ਜੇ ਪਬਲਿਕ ਵੀ ਚਾਹੁੰਦੀ ਹੈ ਤੇ ਉਹ ਆਨਲਾਈਨ ਸਾਨੂੰ ਆਰਡਰ ਦੇ ਕੇ ਉਹ ਕਿਟਸ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਮੰਗਾ ਸਕਦੀ ਹੈ। ਜਿਹੜੇ ਆਨਲਾਈਨ ਆਰਡਰ ਲਈ ਅਸੀਂ ਇਹ ਨੰਬਰ ਰੱਖਿਆ ਹੋਇਆ ਹੈ ਜਿਹੜਾ ਪੁਲਿਸ ਦਾ ਹੈਗਾ ਲੁਧਿਆਣੇ ਕੰਟਰੋਲ ਰੂਮ ਦਾ 7837018500 7837018500। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹ ਕਿਟਸ ਦੇ ਬਾਰੇ ਸਾਨੂੰ ਆਰਡਰ ਦੇ ਸਕਦੇ ਹੋ। ਅਸੀਂ ਤੁਹਾਡੇ ਘਰਾਂ ਤੱਕ ਇਹ ਕਿਟਸ ਪਹੁੰਚਾ ਦਾਂਗੇ। ਇਹਦਾ ਰੇਟ ਅਸੀਂ 1700 ਰੁਪਏ ਜੋ ਕਾਸਟ ਬੇਸਿਸ ਤੇ ਰੱਖਿਆ ਹੋਇਆ ਹੈ। ਜਿਹੜੇ ਬਾਕੀ ਦੁਕਾਨਦਾਰ ਹੈ, ਕੈਮਿਸਟ ਹੈ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਤਰੀਕੇ ਦੀ ਕਿਟਸ ਵਗੈਰਾ ਬਣਾ ਕੇ ਉਹਨਾਂ ਨੂੰ ਤੁਸੀਂ ਪਬਲਿਕ ਜੇ ਬਾਈ ਚਾਂਸ ਕੋਰੋਨਾ ਜਦੋਂ ਪੋਜ਼ੀਟਿਵ ਆਉਂਦੀ ਹੈ ਤੇ ਬੰਦੇ ਨੂੰ ਕੁਝ ਹੋਸ਼ ਨਹੀਂ ਰਹਿੰਦਾ, ਉਹ ਬੜਾ ਪਹਿਲੇ ਜਿਹੜੇ 10-12 ਘੰਟੇ ਆ ਉਹ ਬੜਾ ਘਬਰਾ ਜਾਂਦਾ ਹੈ ਕਿ ਮੈਨੂੰ ਕੀ ਹੋ ਗਿਆ। ਤੇ ਉਹਨਾਂ ਨੂੰ ਮੋਟੀਵੇਟ ਕਰੋ ਕਿ ਉਹ ਆਪਣੇ ਹੋਮ ਆਈਸੋਲੇਸ਼ਨ ਦੇ ਵਿੱਚ ਰਹਿਣ ਐਂਡ ਪ੍ਰੋਟੋਕੋਲਸ ਵਗੈਰਾ, ਰੈਗੂਲੇਸ਼ਨਸ ਵਗੈਰਾ ਨੂੰ ਪ੍ਰੋਪਰਲੀ ਫੋਲੋ ਕਰਨ, ਕਿਉਂਕਿ ਇਹ ਬਿਮਾਰੀ ਇਸ ਤਰੀਕੇ ਦੀ ਨਹੀਂ ਹੈ ਕਿ ਇਸ 'ਤੇ ਆਪਾਂ ਜਿੱਤ ਨਹੀਂ ਸਕਦੇ। ਕਿਉਂਕਿ ਹੁਣ ਤੱਕ ਜਿੰਨਾ ਵੀ ਤੁਸੀਂ ਦੇਖ ਹੀ ਰਹੇ ਹੋ 7000 ਸਾਡੇ ਲੁਧਿਆਣੇ ਦੇ ਵਿੱਚ ਪੋਜ਼ੀਟਿਵ ਮਰੀਜ਼ ਆਏ, 7000 ਦੇ ਵਿੱਚੋਂ 250 ਚਲੋ ਡੈਥਸ ਹੋਈਆਂ, ਲੇਕਿਨ ਬਾਕੀ ਸਾਰੇ ਲਗਭਗ ਧੀਰੇ ਧੀਰੇ ਕਰਕੇ ਰਿਕਵਰ ਹੋ ਗਏ ਐਂਡ 2000 ਐਕਟਿਵ ਪੇਸ਼ੈਂਟਸ ਜਿਹੜੇ ਕਿ ਚਲੋ 14 ਦਿਨ ਬਾਅਦ ਉਹਨਾਂ ਨੇ ਵੀ ਠੀਕ ਹੀ ਹੋ ਜਾਣਾ ਹੈ। ਤੇ ਆਪਾਂ ਜੇ ਸਾਰੇ ਰਲ ਮਿਲ ਕੇ ਚਲਾਂਗੇ ਤੇ ਇਸ ਚੀਜ਼ ਨੂੰ ਆਪਾਂ ਜਿੱਤ ਸਕਦੇ ਹਾਂ। ਇਨਫੋਰਸਮੈਂਟ ਦੀ ਜੇ ਗੱਲ ਕਰੀਏ, ਇਨਫੋਰਸਮੈਂਟ ਵਾਲੇ ਪਾਸਿਓਂ ਪੁਲਿਸ ਪੂਰੀ ਤਰੀਕੇ ਨਾਲ ਅਲਰਟ ਹੈ। ਮਾਈਕਰੋ ਕੰਟੇਨਮੈਂਟ ਜ਼ੋਨਸ ਇੱਕ ਚੀਜ਼ ਹੁੰਦੀ ਹੈ ਜਿਹੜੇ ਲੁਧਿਆਣੇ ਦੇ ਵਿੱਚ ਜਿੱਥੇ ਵੀ
5 ਜਾਂ 5 ਤੋਂ ਵੱਧ ਕੇਸਿਸ ਕਿਸੇ ਇੱਕ ਲੋਕੈਲਿਟੀ ਤੋਂ ਆਉਂਦੇ ਤੇ ਅਸੀਂ ਉਸ ਨੂੰ ਕੰਟੇਨ ਕਰ ਦਿੰਦੇ ਹਾਂ ਤਾਂ ਕਿ ਉਸ ਏਰੀਏ ਦੇ ਵਿੱਚ ਡਾਕਟਰਸ ਡੋਰ ਟੂ ਡੋਰ ਸੈਂਪਲਿੰਗ ਕਰ ਸਕਣ ਐਂਡ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਬਿਮਾਰੀ ਦਾ ਉਹ ਏਰੀਆ ਕਿਤੇ ਗੜ ਤਾਂ ਨਹੀਂ ਬਣ ਰਿਹਾ ਹੈ, ਤਾਂ ਨਹੀਂ ਕਿ ਉੱਥੇ ਜ਼ਿਆਦਾ ਮਰੀਜ਼ ਆ ਰਹੇ ਹੈ, ਤੇ ਉਹ ਡੋਰ ਟੂ ਡੋਰ ਸੈਂਪਲਿੰਗ ਕਰਦੇ ਆ ਉਹਨਾਂ ਏਰੀਆਜ਼ ਦੀ ਐਂਡ ਉਹਨਾਂ ਏਰੀਆਜ਼ ਨੂੰ ਅਸੀਂ ਥੋੜ੍ਹੇ ਦਿਨ ਲਈ ਬੈਰੀਕੇਡ ਕਰਕੇ ਸੈਪਰੇਟ ਕਰ ਦਿੰਦੇ ਆ, ਸੀਲ ਕਰ ਦਿੰਦੇ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਹ ਉਹਨਾਂ ਦੇ ਵਿੱਚ ਪਬਲਿਕ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਦਾ, ਪ੍ਰਸ਼ਾਸਨ ਦਾ, ਹੈਲਥ ਡਿਪਾਰਟਮੈਂਟ ਦਾ ਸਹਿਯੋਗ ਦੇਣ। ਕਈ ਵਾਰੀ ਪਬਲਿਕ ਉਲਝਦੀ ਹੈ, ਕਹਿੰਦੇ ਜੀ ਮੈਨੂੰ ਬਾਹਰ ਜਾਣਾ ਹੈ, ਮੈਂ ਕੰਮ ਹੈ, ਉਸ ਤਰੀਕੇ ਦਾ। ਸਾਰੇ ਹੀ ਅਸੀਂ ਐਮਪਲੋਇਰਸ ਨੂੰ ਵੀ ਹਦਾਇਤਾਂ ਦਿੱਤੀਆਂ ਹੋਈਆਂ ਕਿ ਉਹਨਾਂ ਏਰੀਆਜ਼ ਜਿੱਥੇ ਕਿ ਮਾਈਕਰੋ ਕੰਟੇਨਮੈਂਟ ਬਣਿਆ ਹੋਇਆ ਹੈ, ਜੇ ਉੱਥੇ ਦਾ ਕੋਈ ਬੰਦਾ ਡਿਊਟੀ ਤੇ ਨਹੀਂ ਵੀ ਆ ਪਾ ਰਿਹਾ ਤਾਂ ਉਸ ਨੂੰ ਡਿਊਟੀ ਤੇ ਸਮਝਿਆ ਜਾਵੇ, ਉਹਦੇ ਪੈਸੇ ਨਾ ਕੱਟੇ ਜਾਣ, ਉਸ ਨੂੰ ਨੌਕਰੀ ਤੋਂ ਵੀ ਨਾ ਕੱਢਿਆ ਜਾਵੇ। ਜੇ ਇਸ ਤਰੀਕੇ ਦੀ ਕੋਈ ਸ਼ਿਕਾਇਤ ਆਉਂਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ। ਪ੍ਰਾਈਵੇਟ ਹਸਪੀਟਲਸ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਅਸੀਂ ਅੱਜ ਤੱਕ 52 ਪ੍ਰਾਈਵੇਟ ਹਸਪੀਟਲਸ ਨੂੰ ਆਪਣੇ ਕੋਰੋਨਾ ਦਾ ਟ੍ਰੀਟਮੈਂਟ ਚਾਲੂ ਕਰਵਾ ਚੁੱਕੇ ਹਾਂ। ਅਸੀਂ ਬਾਕੀ ਵੀ ਪ੍ਰਾਈਵੇਟ ਹਸਪੀਟਲਾਂ ਨੂੰ ਅਪੀਲ ਕਰ ਰਹੇ ਹਾਂ ਕਿ ਤਕਰੀਬਨ ਲੁਧਿਆਣੇ ਦੇ ਵਿੱਚ 200 ਦੇ ਕਰੀਬ ਪ੍ਰਾਈਵੇਟ ਹਸਪੀਟਲ ਹੈ, ਕਿ ਸਾਰੇ ਹੀ ਹਸਪੀਟਲਾਂ ਨੂੰ ਅੱਗੇ ਆ ਕੇ ਇਸ ਬਿਮਾਰੀ ਦੇ ਨਾਲ ਲੜਨ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ। ਐਂਡ ਸਾਰਿਆਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ, ਉਹ ਤਿਆਰੀ ਕਰ ਰਹੇ ਆਪਣੀ ਆਪਣੀ, ਕਿਉਂਕਿ ਕੋਰੋਨਾ ਦੇ ਲਈ ਥੋੜ੍ਹੀ ਬਹੁਤੀ ਪ੍ਰੀਕਾਸ਼ਨਸ ਰੱਖਣੀਆਂ ਪੈਂਦੀਆਂ ਕਿ ਉਹਨਾਂ ਦੀ ਐਂਟਰੀ ਕੋਰੋਨਾ ਪੇਸ਼ੈਂਟ ਦੀ ਥੋੜ੍ਹੀ ਸੈਪਰੇਟ ਕਰਨੀ ਹੁੰਦੀ ਹੈ, ਉਹਨਾਂ ਦਾ ਸਟੇ ਵਗੈਰਾ ਦਾ ਹਸਪੀਟਲ ਦਾ, ਅਤੇ ਉਹ ਮੋਡੀਫਾਈ ਕਰ ਰਹੇ ਅਤੇ ਉਹ ਆਪਣਾ ਜਿਸ ਹਿਸਾਬ ਉਹ ਸਾਨੂੰ ਆਪਣੀ ਆਪਣੀ ਸੇਵਾਵਾਂ ਦੇਣਗੇ। ਇਹ ਦੇਖੋ, ਇਹ ਤਾਂ ਜਿਹੜੀ ਲੜਾਈ ਹੈ ਇਹ ਤਾਂ ਹੌਸਲੇ ਦੀ ਲੜਾਈ ਹੈ ਐਂਡ ਕੇਅਰ ਦੀ ਲੜਾਈ ਹੈ, ਅਵੇਅਰਨੈਸ ਦੀ ਲੜਾਈ ਹੈ। ਪਿੱਛੇ ਅਸੀਂ ਕਾਫੀ ਦਿਨ ਪਹਿਲਾਂ ਤੋਂ ਫ੍ਰੀ ਮਾਸਕ ਲੁਧਿਆਣੇ ਦੇ ਵਿੱਚ ਸਿਵਲ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ ਨੇ ਮਿਲ ਕੇ ਵੰਡਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ, ਜੋ ਕਿ ਚੱਲ ਰਹੀ ਹੈ। ਤਕਰੀਬਨ ਸਾਡਾ ਟੀਚਾ ਹੁੰਦਾ ਹੈ ਕਿ ਰੋਜ਼ ਦੇ 5000 ਮਾਸਕ ਡੇਲੀ ਦੇ ਡਿਸਟ੍ਰੀਬਿਊਟ ਗਰੀਬ ਪੋਕਟਸ ਦੇ ਵਿੱਚ ਕੀਤੇ ਜਾਣ। ਹੁਣ ਤੱਕ ਅਸੀਂ 4 ਲੱਖ ਦੇ ਕਰੀਬ ਮਾਸਕ ਪੁਲਿਸ ਡਿਪਾਰਟਮੈਂਟ ਵੱਲੋਂ ਫ੍ਰੀ ਆਫ ਕਾਸਟ ਨੀਡੀ ਪਰਸਨਸ ਨੂੰ ਡਿਸਟ੍ਰੀਬਿਊਟ ਵੀ ਕਰ ਚੁੱਕੇ ਹਾਂ। ਅਤੇ ਇਹ ਹਰੇਕ ਬੰਦੇ ਦਾ ਫਰਜ਼ ਹੈ ਕਿ ਜੋ ਬੰਦਾ ਜੋ ਕੁਝ ਵੀ ਕਰ ਸਕਦਾ ਹੈ ਗਰੀਬਾਂ ਦੀ ਮਦਦ ਲਈ, ਇਸ ਬਿਮਾਰੀ ਨਾਲ ਲੜਨ ਲਈ, ਜਿੱਥੇ ਵੀ ਉਸ ਨੂੰ ਕੋਈ ਚੀਜ਼ ਨਜ਼ਰ ਆ ਰਹੀ ਹੈ, ਆਪ ਆਪਣੀ ਵੀ ਸਾਵਧਾਨੀਆਂ ਰੱਖੇ। ਜੇ ਕੋਈ ਬੰਦਾ ਗਲਤ ਕੰਮ ਕਰ ਰਿਹਾ ਹੈ, ਜੋ ਸਾਵਧਾਨੀ ਨਹੀਂ ਰੱਖ ਰਿਹਾ, ਉਹਨਾਂ ਨੂੰ ਵੀ ਟੋਕਦੇ ਚੱਲੇ, ਤਾਂ ਕਿ ਆਪਾਂ ਇਸ ਬਿਮਾਰੀ ਨਾਲ ਰਲ ਮਿਲ ਕੇ ਲੜ ਕੇ ਵਿਜੈ ਪ੍ਰਾਪਤ ਕਰ ਸਕੀਏ। ਅਤੇ ਤੁਹਾਡੀ ਔਰ ਵੀ ਜੋ ਕੁਐਰੀਜ਼ ਹੈ ਅਸੀਂ ਉਹਨਾਂ ਦਾ ਜਵਾਬ ਤੁਹਾਨੂੰ ਲਿੰਕਸ ਦੇ ਵਿੱਚ ਭੇਜ ਦੇਵਾਂਗੇ। ਅਤੇ ਅਖੀਰ ਦੇ ਵਿੱਚ ਇਹੀ ਹੈ, ਤੁਸੀਂ ਵਾਅਦਾ ਕਰੋ ਆਪਣੇ ਆਪ ਤੋਂ ਕਿ ਬਈ ਮਾਸਕ ਤੋਂ ਬਿਨਾਂ ਬਾਹਰ ਨਹੀਂ ਜਾਣਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖਣੀ ਹੈ, ਭੀੜ ਭੜੱਕੇ ਵਾਲੇ ਦੁਕਾਨ 'ਤੇ ਜਾਂ ਇਲਾਕਿਆਂ ਦੇ ਵਿੱਚ ਬਿਲਕੁਲ ਨਹੀਂ ਜਾਣਾ, ਅਤੇ ਜਿੱਥੇ ਵੀ ਕੋਈ ਇਹ ਰੂਲਸ ਦੀ ਫੋਲੋ ਨਹੀਂ ਹੋ ਰਹੀ ਉਹਨਾਂ ਬੰਦਿਆਂ ਨੂੰ ਨਹੀਂ ਮਿਲਣਾ, ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ। ਕਿਉਂਕਿ ਕਈ ਵਾਰੀ ਹੁੰਦਾ ਕਿ ਕੋਈ ਰਿਸ਼ਤੇਦਾਰ ਮਿਲਣ ਲਈ ਆ ਗਿਆ, ਉਹਨੇ ਮਾਸਕ ਨਹੀਂ ਪਾਇਆ ਹੋਇਆ, ਹੁਣ ਆਪਾਂ ਰਿਸ਼ਤੇਦਾਰ ਨੂੰ ਟੋਕ ਵੀ ਨਹੀਂ ਸਕਦੇ, ਲੇਕਿਨ ਦੂਰੀ ਬਣਾ ਸਕਦੇ ਹਾਂ ਕਿ ਆਪਾਂ ਉਹ ਅਵੋਇਡ ਕਰ ਸਕਦੇ ਹਾਂ। ਅਤੇ ਇਸ ਕਰਕੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਲੜਾਈ ਨੂੰ ਆਪਾਂ ਜਿੱਤਣਾ ਹੈ। ਕੇਵਲ ਇਹ ਨਹੀਂ ਸੋਚਣਾ ਕਿ ਸਰਕਾਰ ਸਾਰਾ ਲੋਕਡਾਊਨ ਕਰ ਦੇਵੇ, ਇਕੋਨੋਮੀ ਖਰਾਬ ਹੋ ਜਾਏ, ਉਹਦੇ ਨਾਲ ਇਹ ਨਹੀਂ, ਕਿਉਂਕਿ ਜੇ ਇੱਕ ਲੜਾਈ ਜਿੱਤਾਂਗੇ ਦੂਜੀ ਲੜਾਈ ਇਕੋਨੋਮੀ ਖਰਾਬ ਹੋ ਜਾਣੀ ਹੈ, ਉਹਦੇ ਲਈ ਫਿਰ ਉਨਾ ਕੀ ਟਾਈਮ ਔਰ ਉਹ ਲੱਗੂਗਾ। ਇਸ ਕਰਕੇ ਪ੍ਰੀਕਾਸ਼ਨਸ ਦੇ ਹਿਸਾਬ ਨਾਲ, ਪ੍ਰੀਕਾਸ਼ਨ ਦੇ ਨਾਲ ਰਹਿੰਦੇ ਹੋਏ ਆਪਾਂ ਕੋਰੋਨਾ ਦੇ ਉੱਪਰ ਵਿਜੈ ਪ੍ਰਾਪਤ ਕਰਨੀ ਹੈ। ਇਹ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਨਾਲ ਜੁੜੇ ਐਂਡ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਜਲਦੀ ਹੀ ਇਸ ਬਿਮਾਰੀ 'ਤੇ ਵਿਜੈ ਪ੍ਰਾਪਤ ਕਰ ਲਵਾਂਗੇ। ਜੈ ਹਿੰਦ।